ਸਾਡੇ ਆਪਣੇ ਦਫ਼ਤਰ ਦੇ ਵਿੱਚ ਜੇ ਆਪਣੇ ਨੁਮਾਇੰਦੇ ਨੂੰ ਗੱਲ ਦੱਸਣ ਗਏ ਆ ਤਾਂ ਉਹ ਇਹ ਸ਼ਬਦ ਵਰਤੇ ਕਿ ਜੇ ਅੱਜ ਉਹਨਾਂ ਦੇ ਕੋਲ ਪਿਸਤੌਲ ਹੁੰਦੀ ਤਾਂ ਸ਼ਾਇਦ ਮੈਨੂੰ ਗੋਲੀ ਮਾਰ ਦਿੰਦੇ। ਬੜੀ ਨਿੰਦਣਯੋਗ ਘਟਨਾ। ਅਸੀਂ ਕੋਈ ਗੁੰਡੇ ਮਵਾਲੀ ਨਹੀਂ ਪ੍ਰਧਾਨ ਜੀ। ਅਸੀਂ ਪਬਲਿਕ ਦੇ ਵਿੱਚ ਆਪਣੀ ਇਹ ਇਮੇਜ ਦਿਖਾਵਾਂਗੇ ਕਿ ਆ ਸਾਡੇ ਬੋਲਣ ਦਾ ਢੰਗ ਇਹ ਆ। ਜੇ ਇੱਕ MC ਇਸ ਗਲਤ ਢੰਗ ਨਾਲ ਬੋਲੂਗਾ ਤਾਂ ਅਸੀਂ ਪਬਲਿਕ ਨੂੰ ਕੀ ਸਮਝਾਵਾਂਗੇ। ਇਲੈਕਸ਼ਨ ਹੋਈ, ਇਲੈਕਸ਼ਨ ਜਿਹਨੂੰ ਲੋਕਾਂ ਨੇ ਜਿੱਤ ਦਿੱਤਾ, ਵੋਟਾਂ ਪਾ ਕੇ ਆਪਣਾ ਨੁਮਾਇੰਦਾ ਬਣਾਤਾ, ਉਹਨੂੰ ਨੁਮਾਇੰਦਾ ਮੰਨਣਾ ਚਾਹੀਦਾ। ਜਿਹੜਾ ਬੰਦਾ ਉਹਨਾਂ ਨੇ ਹਰਾ ਕੇ ਭੇਜਿਆ ਤੇ ਉਹ ਉਹਦਾ ਉਦਘਾਟਨ ਕਰਦਾ ਹੋਵੇ, ਜਿਹੜਾ ਮੌਜੂਦਾ ਪਾਰਸ਼ਦ ਆ ਉਹਦੇ ਡੇਰੇ ਵੀ ਨਾ ਖਬਰ ਹੋਵੇ, ਆਪਣੇ ਘਰ ਬੈਠਾ, ਤੇ ਇਹ ਤੋਂ ਬੜੀ ਦੁਖਦਾਇਕ ਗੱਲ ਕੀ ਹੋ ਸਕਦੀ ਆ। ਮੇਰੇ ਲਈ ਸਾਰੇ ਇੱਕ ਬਰਾਬਰ ਆ। ਔਰ ਮੈਂ ਬਰਾਬਰ ਤਾਂ ਵਿਵਾਦ ਕਿਉਂ ਵੱਧ ਗਿਆ ਜੀ ਪ੍ਰਧਾਨ ਜੀ? ਅੱਜ ਕਿਉਂ ਸਾਰੇ ਇਕੱਠੇ ਹੋ ਕੇ ਤੁਹਾਡੇ ਲਈ ਇੰਨੇ ਪ੍ਰਸ਼ਨ ਲੈ ਕੇ ਆਏ? ਫਿਰ ਲਲਿਤ ਮੋਹਨ ਪਾਠਕ ਜੀ ਨੇ ਕਿਹਾ ਕਿ ਪ੍ਰਧਾਨ ਜੀ ਕਿਤੇ ਇਹ ਨਾ ਹੋਵੇ ਵੀ ਸਾਨੂੰ ਬਾਹਰ ਬੈਠ ਕੇ ਬੋਲਣਾ ਪਵੇ, ਧਰਨੇ ਲਾਉਣ ਪੈਣ। ਉਹ ਕਹਿੰਦਾ ਜੀ ਉਹ ਤੁਹਾਡਾ ਹੱਕ ਆ। ਉਹਨੇ ਉੱਥੇ ਪ੍ਰਧਾਨ ਜੀ ਨੂੰ ਇਹ ਚਾਹੀਦਾ ਸੀ। ਇਹਨਾਂ ਦੇ ਕੰਮਾਂ ਦੇ ਉਦਘਾਟਨ ML ਸਾਹਿਬ ਪਹਿਲਾਂ ਕਰ ਚੁੱਕੇ ਆ। ਇਹਨਾਂ ਦਾ ਇਹ ਕੰਮ ਸਿਰਫ ਠੇਕੇਦਾਰ ਦੀ ਬਣਦੀ ਆ ਕਿ ਉਹ ਕਿਹਦੇ ਨਾਲ ਉਹਨੇ ਗੱਲ ਕਰਨੀ, ਕਿਹਨਾਂ ਨਹੀਂ ਕਰਨੀ। ਮੈਂ ਇਹ ਵਿਧਾਇਕ ਸਾਹਿਬ ਸਾਡੇ ਜਿਹੜੀ ਪਾਲਿਸੀ ਤੇ ਚੱਲ ਰਹੇ ਆ, ਦੇਖੋ ਇਹ ਬੜੀ ਖਤਰਨਾਕ ਪਾਲਿਸੀ ਆ ਔਰ ਇਹਦਾ ਇਹਨਾਂ ਨੂੰ ਖਮਿਆਜਾ ਭੁਗਤਣਾ ਪੈਣਾ ਆ। ਇਹਨਾਂ ਸਾਰਾ ਕੰਮ ਇਕੱਲੇ ਮੈਨੇਜ ਕਰ ਪਾਉਣਗੇ ਜੀ? ਉਹ ਐਸਾ ਉਹ ਆਪ ਨਹੀਂ ਕਰਦੇ। ਉਹ ਘੰਟੀ ਵੱਜਦੀ ਉੱਪਰੋਂ। ਅੱਛਾ, ਉਹ ਘੰਟੀ ਵੱਜਦੀ ਆ, ਜਦ ਉਹ ਘੰਟੀ ਵੱਜ ਜਾਂਦੀ ਤੁਰ ਪੈਂਦੇ ਆ। ਤੇ ਤੁਹਾਡੇ ਨਾਲ ਗੱਲ ਕਿਵੇਂ ਕਰੀਏ? ਤੁਹਾਡੀ ਘੰਟੀ ਕਿਤੇ ਹੋਰ ਵੱਜਦੀ ਹੈ। ਦੇਖੋ ਬਿਲਕੁਲ ਗਲਤ ਗੱਲ ਆ। ਪੰਜਾਬ ਦੇ ਹਾਲਾਤ ਕਿਹੋ ਜਿਹੇ ਬਣ ਗਏ ਹਨ? ਆਪਣਾ ਹੱਕ ਲੈਣ ਲਈ ਜਾਮ ਕਰਨਾ ਪੈਂਦਾ ਹੈ ਚੱਕਾ ਜੀ। ਪਰ ਨਵਾਂ ਸ਼ਹਿਰ 'ਚ ਇੱਕ ਹੋਰ ਹੀ ਦੁਵਿਧਾ ਹੈ। ਨਵਾਂ ਸ਼ਹਿਰ ਵਿੱਚ ਇੱਕ ਹੋਰ ਹੀ ਦੁਵਿਧਾ ਹੈ। ਜਿੱਤੇ ਹੋਏ ਪਾਰਸ਼ਦ ਕਹਿ ਰਹੇ ਹਨ ਕਿ ਸਾਡੇ ਨਾਲ ਹੋ ਰਿਹਾ ਧੱਕਾ ਜੀ, ਸਾਡੇ ਨਾਲ ਹੋ ਰਿਹਾ ਧੱਕਾ ਜੀ। ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ। ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਤੁਹਾਨੂੰ ਪਤਾ ਜੀ ਅੱਜ ਨਵੇਂ ਸ਼ਹਿਰ ਵਿੱਚ ਮਾਮਲਾ ਬਹੁਤ ਪੱਖਿਆ ਹੋਇਆ। ਪਾਰਸ਼ਦ ਜਿਹੜੇ ਜਿੱਤੇ ਹੋਏ ਪਾਰਸ਼ਦ ਨੇ, ਵੱਖ-ਵੱਖ ਪਾਰਟੀ ਦੇ ਪਾਰਸ਼ਦ ਨੇ, ਚਾਹੇ BSP ਦੇ ਪਾਰਸ਼ਦ ਨੇ, ਚਾਹੇ ਆਜ਼ਾਦ ਨੇ, ਚਾਹੇ ਅਕਾਲੀ ਪਾਰਟੀ ਦੇ ਪਾਰਸ਼ਦ ਨੇ, ਸਾਰੇ ਕਹਿ ਰਹੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਆਵਾਜ਼ ਨਹੀਂ ਸੁਣੀ ਜਾ ਰਹੀ। ਔਰ ਸਾਨੂੰ ਇਹ ਕਿਹਾ ਜਾ ਰਿਹਾ ਕਿ ਆਓ ਰਜਿਸਟਰ 'ਤੇ ਆਪਣੀ ਕੰਪਲੇਂਟ ਲਿਖਾਓ, ਫਿਰ ਕੰਮ ਕਰਾਂਗੇ। ਜਦ ਕਿ ਪਾਰਸ਼ਦਾਂ ਨੂੰ ਲੋਕ ਬਾਰ-ਬਾਰ ਕਾਲ ਕਰਦੇ ਨੇ ਕਿ ਪਾਰਸ਼ਦ ਸਾਹਿਬ ਤੁਹਾਨੂੰ ਵੋਟਾਂ ਪਾਈਆਂ ਹਨ, ਸਾਡਾ ਕੰਮ ਕਰਵਾਓ। ਲੇਕਿਨ ਅਸੀਂ ਵੀ ਇੱਥੇ ਇੱਕ ਚੀਜ਼ ਸੋਚਦੇ ਹਾਂ ਕਿ ਚਲੋ ਪੋਲੀਟਿਕਸ ਹੁੰਦੀ ਹੈ, ਇਲੈਕਸ਼ਨਸ ਹੁੰਦੇ ਹਨ। ਇਲੈਕਸ਼ਨ ਤੋਂ ਬਾਅਦ ਵੀ ਅਗਰ ਪੋਲੀਟਿਕਸ ਚੱਲੇ ਤਾਂ ਇਹ ਸ਼ਹਿਰ ਲਈ ਜਿਹੜੀ ਚੰਗੀ ਗੱਲ ਨਹੀਂ ਹੈ, ਸ਼ਹਿਰ ਦੇ ਵਿਕਾਸ ਲਈ ਚੰਗੀ ਗੱਲ ਨਹੀਂ ਹੈ। ਇਸ ਦੇ ਉੱਤੇ ਪੂਰੀ ਜਾਣਕਾਰੀ ਲੈਣ ਲਈ ਅੱਜ ਦਾ ਜਿਹੜਾ ਮਸਲਾ ਹੋਇਆ, ਸਾਡੇ ਨਾਲ ਖਾਲਸਾ ਜੀ ਮੌਜੂਦ ਨੇ, ਦੁੱਗਲ ਸਾਹਿਬ ਮੌਜੂਦ ਨੇ, ਪੁਰੀ ਸਾਹਿਬ ਮੌਜੂਦ ਨੇ। ਸਾਰਿਆਂ ਦੇ ਪ੍ਰਤੀਕਰਮ ਲਵਾਂਗੇ। ਪਰ ਪਹਿਲਾਂ ਖਾਲਸਾ ਜੀ ਤੋਂ ਜਾਣ ਲੈਂਦੇ ਹਾਂ। ਖਾਲਸਾ ਜੀ, ਅੱਜ ਕੀ ਜਿਹੜਾ ਛੋਟਾ ਜਿਹਾ ਭਾਣਾ ਵਾਪਰ ਗਿਆ ਕਮੇਟੀ ਘਰ ਦੇ ਅੰਦਰ? ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਪਿਛਲੇ ਕਈ ਦਿਨਾਂ ਤੋਂ ਇੱਕ ਚੰਗਿਆਰੀ ਸੁਲਗ ਰਹੀ ਸੀਗੀ। ਪਹਿਲੀ ਮੀਟਿੰਗ ਦੇ ਵਿੱਚ ਇਹ ਗੱਲ ਆਈ ਕਿ ਪ੍ਰਧਾਨ ਸਾਹਿਬ ਜੀ ਨੇ ਕਿਹਾ ਵੀ ਐਸਟੀਮੇਟ ਬਣਵਾਓ। ਜਿੱਥੇ ਐਸਟੀਮੇਟ ਬਣਾਉਣ ਲਈ ਸਾਨੂੰ ਕਿਹਾ ਗਿਆ, ਉੱਥੇ ਜਿਹੜੇ ਹਾਰੇ ਨੁਮਾਇੰਦੇ ਆ ਉਹ ਜਾ ਕੇ ਗਲੀਆਂ ਦੇ ਵਿੱਚ ਐਸਟੀਮੇਟ ਬਣਾਉਂਦੇ ਆ। ਉਸ ਤੋਂ ਬਾਅਦ ਹਾਊਸ ਦੀ ਮੀਟਿੰਗ ਹੋਈ। ਅਸੀਂ ਮੀਟਿੰਗ ਦੇ ਵਿੱਚ ਇਹ ਗੱਲ MLA ਸਾਹਿਬ ਦੇ ਧਿਆਨ 'ਚ ਲਿਆਂਦੀ ਕਿ ਵਿਧਾਇਕ ਸਾਹਿਬ ਬਈ ਇਹ ਚੀਜ਼ ਹੋ ਰਹੀ ਆ। ਇੱਕ ਦੇਖੋ ਚੁਣੇ ਨੁਮਾਇੰਦੇ ਆ, ਇਲੈਕਸ਼ਨ ਹੋਈ, ਇਲੈਕਸ਼ਨ ਜਿਹਨੂੰ ਲੋਕਾਂ ਨੇ ਜਿੱਤ ਦਿੱਤਾ, ਵੋਟਾਂ ਪਾ ਕੇ ਆਪਣਾ ਨੁਮਾਇੰਦਾ ਬਣਾਤਾ, ਉਹਨੂੰ ਨੁਮਾਇੰਦਾ ਮੰਨਣਾ ਚਾਹੀਦਾ। ਅਤੇ ਵਿਧਾਇਕ ਸਾਹਿਬ ਨੇ ਵੀ ਹਾਊਸ ਦੇ ਵਿੱਚ ਇਹ ਯਕੀਨ ਦਿਵਾਇਆ ਸੀ ਵੀ ਅੱਜ ਤੋਂ ਬਾਅਦ ਤੁਹਾਨੂੰ ਇਹੋ ਜਿਹੀ ਜਿਹੜੀ ਸ਼ਿਕਾਇਤ ਹੈ ਉਹ ਦੁਬਾਰਾ ਨਹੀਂ ਮਿਲੂਗੀ। ਲੇਕਿਨ ਉਸ ਤੋਂ ਅੱਗੇ ਹੋਰ ਵੀ ਦੁਖਦਾਇਕ ਗੱਲ ਸ਼ੁਰੂ ਹੋ ਗਈ ਪ੍ਰਧਾਨ ਸਾਹਿਬ ਵੱਲੋਂ ਬਈ ਕਿਸੇ ਵਾਰਡ ਦੇ ਅੰਦਰ ਕੰਮ ਸ਼ੁਰੂ ਕਰਨਾ ਤੇ ਉੱਥੇ ਦਾ ਜਿਹੜਾ ਕਾਉਂਸਲਰ ਆ, ਚੁਣਿਆ ਨੁਮਾਇੰਦਾ, ਉਹਨੂੰ ਇਹ ਵੀ ਨਾ ਪਤਾ ਹੋਵੇ ਵੀ ਮੇਰੇ ਵਾਰਡ ਦੀ ਫਲਾਨੀ ਗਲੀ ਸ਼ੁਰੂ ਹੋਣ ਲੱਗੀ ਆ। ਇਹ ਕਿਹੜੇ ਵਾਰਡ ਦੀ ਗੱਲ ਹੈ ਜੀ? ਇਹ ਵਾਰਡ ਚਾਹੇ ਜਸਪ੍ਰੀਤ ਕੌਰ ਬਖਸ਼ੀ ਸੀਗੇ, ਚਾਹੇ ਗਰੇਵਾਲ ਸਾਹਿਬ ਸੀਗੇ, ਮਤਲਬ ਉਹਨਾਂ ਦੇ ਵਾਰਡਾਂ ਦੇ ਵਿੱਚ, ਚਾਹੇ ਹੋਰ ਵਾਰਡ ਵੀ ਹੈ ਜਿਨ੍ਹਾਂ 'ਚ ਕੰਮ ਸ਼ੁਰੂ ਹੋਏ। ਉਹਨਾਂ ਦਾ ਦੇਖੋ ਬਖਸ਼ੀ ਸਾਹਿਬ ਦੇ ਘਰ ਦੇ ਮੂਹਰੇ ਉਹਨਾਂ ਦੀ ਗਲੀ ਪੱਟੀ ਗਈ ਤੇ ਉਹ ਉੱਥੇ ਦੇ ਕਾਉਂਸਲਰ ਹੋਣ। ਮੈਂ ਸੌਰੀ ਤੁਹਾਨੂੰ ਟੋਕਦਾ, ਪਰ ਸਵਾਲ ਬਹੁਤ ਕਰੂਸ਼ਲ ਹੈ। ਮਤਲਬ ਜਿੱਥੇ ਪਾਰਸ਼ਦ ਦੇ ਘਰ ਦੇ ਬਾਹਰ ਗਲੀ ਪੱਟੀ ਜਾ ਰਹੀ ਹੈ ਤੇ ਪਾਰਸ਼ਦ ਨੂੰ ਪਤਾ ਨਹੀਂ ਹੈ। ਹਾਂ ਬਿਲਕੁਲ ਇਹੀ ਦੁੱਖ ਹੋਇਆ ਜੀ ਵੀ ਪਾਰਸ਼ਦ ਦਾ ਘਰ ਹੋਵੇ, ਉਹਦੇ ਮੂਹਰੇ ਗਲੀ ਪੱਟੀ ਜਾਵੇ। ਔਰ ਦੇਖੋ ਜਿਹੜਾ ਬੰਦਾ ਉਹਨਾਂ ਨੇ ਹਰਾ ਕੇ ਭੇਜਿਆ ਤੇ ਉਹ ਉਹਦਾ ਉਦਘਾਟਨ ਕਰਦਾ ਹੋਵੇ, ਜਿਹੜਾ ਮੌਜੂਦਾ ਪਾਰਸ਼ਦ ਆ ਉਹਦੇ ਡੇਰੇ ਵੀ ਨਾ ਖਬਰ ਹੋਵੇ, ਆਪਣੇ ਘਰ ਬੈਠਾ, ਤੇ ਇਹ ਤੋਂ ਬੜੀ ਦੁਖਦਾਇਕ ਗੱਲ ਕੀ ਹੋ ਸਕਦੀ ਆ। ਉਸ ਤੋਂ ਅੱਗੇ ਜਾ ਕੇ ਕੀ ਹੋਣ ਲੱਗ ਪਿਆ,
ਲਾਈਟਾਂ ਦੀ ਗੱਲ ਆਉਣ ਲੱਗ ਪਈ। ਬਖਸ਼ੀ ਸਾਹਿਬ ਨੇ ਵੀ ਦੱਸਿਆ ਲਾਈਟਾਂ ਤੁਹਾਡੇ ਰਾਹੀਂ ਵੀ ਮੈਨੂੰ ਯਾਦ ਆ ਵੀ ਇਲੈਕਸ਼ਨ ਤੋਂ ਬਹੁਤ ਪਹਿਲਾਂ ਇਹ ਮੁੱਦਾ ਚੁੱਕਿਆ ਸੀ ਤੇ ਅੱਜ ਕਿਹੜਾ ਹੱਲ ਹੋ ਗਿਆ। ਪ੍ਰਧਾਨ ਸਾਹਿਬ ਕਹਿੰਦੇ ਰਜਿਸਟਰ 'ਤੇ ਲਿਖਾਓ। ਪ੍ਰਧਾਨ ਸਾਹਿਬ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਆ ਕੇ ਰਜਿਸਟਰ ਚੈੱਕ ਕਰਿਆ ਕਰੋ ਵੀ ਉੱਥੇ ਕੰਪਲੇਂਟਾਂ ਕਿੰਨੀਆਂ ਆ। ਤੁਸੀਂ ਕੰਪਲੇਂਟ ਦੀ ਗੱਲ ਕਰਦੇ ਆ, ਪਹਿਲੀ ਗੱਲ ਤਾਂ ਕੋਈ ਅਧਿਕਾਰ ਨਹੀਂ ਹੈਗਾ ਜਿਹੜਾ ਚੁਣਿਆ ਨੁਮਾਇੰਦਾ ਆ। ਜੇ ਪਾਣੀ ਦੀ ਲੀਕੇਜ ਆ, ਸੀਵਰੇਜ ਬੰਦ ਆ, ਲਾਈਟ ਬੰਦ ਆ ਤਾਂ ਉਹਨੇ ਜਿਹਨੂੰ ਕੌਂਸਲਰ ਚੁਣਿਆ ਉਹਨੇ ਉਹਨੂੰ ਕਹਿਣਾ। ਤੇ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਤੁਸੀਂ ਕਹੋ ਜੀ ਪਹਿਲਾਂ ਆ ਕੇ ਰਜਿਸਟਰ 'ਤੇ ਲਿਖਾਓ। ਜਿਹੜਾ ਚੁਣਿਆ ਨੁਮਾਇੰਦਾ, ਤੁਸੀਂ ਸਾਡੇ ਸਰਕਾਰਯੋਗ ਪ੍ਰਧਾਨ ਆ, ਅਸੀਂ ਤੁਹਾਡਾ ਜੇ ਤੁਸੀਂ ਸਾਡੇ ਵੀ ਪ੍ਰਧਾਨ ਆ, ਤੁਸੀਂ ਇਕੱਲੇ ਕਾਂਗਰਸ ਦੇ ਪ੍ਰਧਾਨ ਨਹੀਂ ਹੈਗੇ, ਤੁਸੀਂ ਸ਼ਹਿਰ ਦੇ ਪ੍ਰਧਾਨ ਆ, ਸਾਡੇ ਪ੍ਰਧਾਨ ਆ। ਸਤਿਕਾਰ ਲੈਣਾ ਕਰਵਾਉਣਾ ਤੁਹਾਡੇ ਆਪਣੇ ਹੱਥ ਵੱਸ 'ਚ ਆ। ਵਿਰੋਧੀ ਧਿਰ ਦਾ ਮਤਲਬ ਇਹ ਨਾ ਸਮਝੋ ਜੇ ਤੁਸੀਂ ਚੰਗਾ ਕੰਮ ਕਰੋਗੇ ਤਾਂ ਅਸੀਂ ਵਿਰੋਧ ਕਰੀਏ, ਸਾਡਾ ਕੋਈ ਅਧਿਕਾਰ ਨਹੀਂ। ਤੁਸੀਂ ਚੰਗਾ ਕੰਮ ਕਰੋ, ਅਸੀਂ ਤੁਹਾਡੇ ਨਾਲ ਆ। ਅਸੀਂ ਪਹਿਲੇ ਦਿਨ ਹੀ ਹਾਊਸ ਦੇ ਵਿੱਚ ਇਹ ਵਿਸ਼ਵਾਸ ਦਵਾਇਆ ਸੀ ਕਿ ਸ਼ਹਿਰ ਦੀ ਤਰੱਕੀ ਦੇ ਲਈ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਤੁਹਾਡੇ ਨਾਲ ਆ। ਤੁਸੀਂ ਚੰਗੇ ਕੰਮ ਕਰੋਗੇ, ਤੁਹਾਡੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ। ਉਸ ਤੋਂ ਅੱਗੇ ਜਾ ਕੇ ਪ੍ਰਧਾਨ ਸਾਹਿਬ ਦੀ ਪਤਾ ਨਹੀਂ ਕੀ ਸੋਚਿਆ, ਮੈਨੂੰ ਨਹੀਂ ਪਤਾ। ਬਹੁਤ ਸਾਰੇ ਕੌਂਸਲਰ ਕਈ ਦਿਨਾਂ ਤੋਂ ਇਹ ਜਿਹੜੀ ਅੱਗ ਸੁਲਗ ਰਹੀ ਸੀਗੀ ਤੇ ਅੱਜ ਵੀ ਜਿਹੜਾ ਆ ਉਹ ਐਜ਼ ਏ ਨੁਮਾਇੰਦੇ ਇਕੱਠੇ ਹੋ ਕੇ ਪ੍ਰਧਾਨ ਜੀ ਕੋਲ ਇਹ ਬੇਨਤੀ ਲੈ ਕੇ ਗਏ ਸੀਗੇ ਕਿ ਪ੍ਰਧਾਨ ਜੀ ਵੀ ਇਹ ਗੱਲਾਂ ਜਿਹੜੀਆਂ ਆ ਛੋਟੇ ਲੈਵਲ ਦੀ ਰਾਜਨੀਤੀ ਹੈ, ਸ਼ੋਭਾ ਨਹੀਂ ਦਿੰਦੀ। ਇੱਕ ਚੁਣੇ ਨੁਮਾਇੰਦੇ ਨੂੰ ਤੁਸੀਂ ਦੱਸੋ ਨਾ ਤੁਹਾਡੇ ਵਾਰਡ 'ਚ ਗਲੀ ਬਣ ਰਹੀ ਆ ਔਰ ਤੁਸੀਂ ਇੱਥੇ ਤੱਕ ਰੋਕੋ ਵੀ ਸੀਵਰੇਜ ਤੁਸੀਂ ਖੋਲ੍ਹਣ ਤਾਂ ਜਾਣਾ ਜੇ ਮੈਂ ਕਹੂੰਗਾ, ਲਾਈਟਾਂ ਠੀਕ ਤਾਂ ਕਰਨੀਆਂ ਜੇ ਪ੍ਰਧਾਨ ਦੀ ਇਜਾਜ਼ਤ ਹੋਊਗੀ। ਜੇ ਮੁਲਾਜ਼ਮ ਬਿਨਾਂ ਦੱਸੇ ਤੋਂ ਚਲ ਗਿਆ ਤਾਂ ਸਮਝ ਲਓ ਮੁਲਾਜ਼ਮ ਦੀ ਖੈਰ ਨਹੀਂ। ਤੇ ਮੁਲਾਜ਼ਮ ਤਾਂ ਵਿਚਾਰੇ ਜਿਹੜੀ ਆ ਦੋ ਪਿੰਡਾਂ ਦੇ ਵਿੱਚ ਜਿਹੜਾ ਚੱਕੀ ਦੇ ਪਹਿਲਾਂ ਵੀ ਇਦਾਂ ਹੁੰਦਾ ਸੀ ਕਦੀ ਕਿ ਹੁਣੇ ਹੋਣ ਲੱਗਾ ਜੀ? ਦੇਖੋ ਮੈਂ ਪਿਛਲੇ ਲਗਭਗ ਤੀਜੀ ਟਰਮ ਦੇ ਵਿੱਚ ਗਿਆ, ਰਜਿੰਦਰ ਚੋਪੜਾ ਜੀ ਨਾਲ ਵੀ ਕੰਮ ਕੀਤਾ, ਲਲਿਤ ਮੋਹਨ ਪਾਠਕ ਜੀ ਦੇ ਨਾਲ ਵੀ ਕੰਮ ਕੀਤਾ, ਵਿਰੋਧੀ ਧਿਰ ਦੀ ਭੂਮਿਕਾ ਵੀ ਨਿਭਾਈ ਦੋਵਾਂ ਦੇ ਨਾਲ। ਲੇਕਿਨ ਕਦੇ ਵੀ ਇਹ ਜਿਹੜੇ ਛੋਟੇ ਲੈਵਲ 'ਤੇ ਕੰਮ ਆ, ਜੇ ਅਸੀਂ ਜਾ ਕੇ ਪ੍ਰਧਾਨ ਦੇ ਧਿਆਨ 'ਚ ਕੋਈ ਗੱਲ ਲਿਆਉਂਦੇ ਸੀਗੇ ਤੇ ਪ੍ਰਧਾਨ ਜੀ ਮਤਲਬ ਆਪਣੇ ਕੌਂਸਲਰਾਂ ਤੋਂ ਵੀ ਪਹਿਲਾਂ ਸਾਡਾ ਕੰਮ ਕਰਾਉਂਦੇ ਸੀਗੇ ਤੇ ਹਰੇਕ ਨੂੰ ਉਮੀਦ ਵੀ ਇਹੀ ਹੁੰਦੀ ਆ ਔਰ ਪਾਲਿਸੀ ਵੀ ਇਹੀ ਹੁੰਦੀ ਆ ਵੀ ਆਪਦੇ ਵਿਰੋਧੀਆਂ ਦਾ ਜ਼ਿਆਦਾ ਇਲੈਕਸ਼ਨ ਤਾਂ ਖਤਮ ਹੋ ਗਏ, ਹੁਣ ਤਾਂ ਡਿਵੈਲਪਮੈਂਟ ਦਾ ਮਸਲਾ ਹੋਣਾ ਚਾਹੀਦਾ ਮੈਨੂੰ ਲੱਗਦਾ। ਬਿਲਕੁਲ ਦੇਖੋ ਜਦੋਂ ਤੁਸੀਂ ਚੁਣ ਕੇ ਗਏ ਲੋਕਾਂ ਨੂੰ ਬਹੁਤ ਸਾਰੀਆਂ ਆਸਾਂ ਹੁੰਦੀਆਂ ਵੀ ਅਸੀਂ ਇਹਨੂੰ ਆਪਣਾ ਨੁਮਾਇੰਦਾ ਆਪਣਾ ਵਕੀਲ ਬਣਾ ਕੇ ਭੇਜਿਆ, ਜਿਹੜੀਆਂ ਸਮੱਸਿਆ ਲੰਬੇ ਸਮੇਂ ਤੋਂ ਜੇ ਰਹਿ ਗਈਆਂ ਇਹ ਜਾ ਕੇ ਦੂਰ ਕਰਾਊਗਾ। ਜੇ ਉਹਦੇ ਵਿੱਚ ਵੀ ਸਿਰਫ ਇਹ ਚੀਜ਼ ਦੇਖੀ ਜਾਊਗੀ ਵੀ ਇਹ ਸਾਡੀ ਪਾਰਟੀ ਦਾ ਨਹੀਂ ਹੈਗਾ ਜਾਂ ਜਿਹੜਾ ਹੈਗਾ ਵੀ ਹਾਰਿਆ ਕੌਂਸਲਰ ਆ ਉਹ ਕੰਮ ਕਰੂ, ਠੀਕ ਆ ਤੁਹਾਡੀ ਪਾਰਟੀ ਆ, ਉਹਨੂੰ ਜਿੰਨਾ ਮਰਜ਼ੀ ਉੱਪਰ ਚੱਕੋ, ਸਾਨੂੰ ਕੀ ਇਤਰਾਜ਼ ਆ। ਹਰੇਕ ਪਾਰਟੀ ਦੀ ਪਾਲਿਸੀ ਆ। ਲੋਕਾਂ ਨਾਲ ਨਾ ਧੱਕਾ ਹੋਵੇ, ਲੋਕੀ ਕਿਉਂ ਸਫਰ ਕਰਨ, ਲੋਕੀ ਕਿਉਂ ਬੇਅਰ ਕਰਨ? ਮੇਰੀ ਬੇਨਤੀ ਸੁਣੋ, ਜਦੋਂ ਅਸੀਂ ਇੱਕ ਗਲੀ ਦੇ ਵਿੱਚ ਜਾਂਦੇ ਆ, ਜਿਹੜੀ ਨਗਰ ਕੌਂਸਲ ਦੀ ਇਲੈਕਸ਼ਨ ਹੁੰਦੀ ਪਾਰਟੀ ਪੱਧਰ ਤੇ ਨਹੀਂ, ਭਾਈਚਾਰਕ ਰੂਪ 'ਚ ਇਲੈਕਸ਼ਨ ਦੇ ਵਿੱਚ ਵੋਟ ਪੈਂਦੀ ਆ। ਉਸ ਗਲੀ ਦੇ ਵਿੱਚ ਕਾਂਗਰਸ ਦਾ ਵੀਰ ਵੀ ਰਹਿੰਦਾ, ਅਕਾਲੀ ਦਲ ਦਾ ਵੀ ਰਹਿੰਦਾ, ਹਾਥੀ ਵਾਲਾ ਵੀ ਰਹਿੰਦਾ, ਆਮ ਆਦਮੀ ਦਾ ਵੀ ਰਹਿੰਦਾ, ਕਾਮਰੇਡ ਵੀ ਰਹਿੰਦਾ। ਤੁਸੀਂ ਇਹ ਦੇਖ ਕੇ ਥੋੜ੍ਹਾ ਕੰਮ ਕਰੋਗੇ ਵੀ ਇਹ ਇੱਥੇ ਤਾਂ ਹੋਰ ਪਾਰਟੀਆਂ ਦੇ ਬੰਦੇ ਰਹਿੰਦੇ ਆ। ਉੱਥੇ ਤੁਹਾਡੀ ਸੋਚ ਇਹ ਚਾਹੀਦੀ ਆ ਵੀ ਮੈਂ ਉਹਨਾਂ ਦਾ ਨੁਮਾਇੰਦਾ ਆ ਔਰ ਲੋਕਾਂ ਨੇ ਮੈਨੂੰ ਆਪਣਾ ਵਕੀਲ ਬਣਾ ਕੇ ਭੇਜਿਆ, ਮੈਂ ਲੋਕਾਂ ਦੇ ਕੰਮ ਕਰਾਂ। ਸੋ ਅੱਜ ਵੀ ਜਿਹੜਾ ਘਟਨਾਕ੍ਰਮ ਵਾਪਰਿਆ ਇਸ ਗੱਲ ਲਈ ਗਏ ਸੀਗੇ। ਉਸ ਤੋਂ ਬਾਅਦ ਮੈਂ ਪ੍ਰਧਾਨ ਜੀ ਦੀ ਇੰਟਰਵਿਊ ਦੇਖੀ ਤਾਂ ਮੈਨੂੰ ਬੜਾ ਦੁੱਖ ਹੋਇਆ। ਪ੍ਰਧਾਨ ਜੀ ਇਹ ਸ਼ਬਦ ਵਰਤਦੇ ਚੰਗੇ ਨਹੀਂ ਲੱਗਦੇ ਕਿਉਂਕਿ ਅਸੀਂ ਕੋਈ ਗੁੰਡੇ ਮਵਾਲੀ ਨਹੀਂ ਕਿ ਇੱਕ ਪ੍ਰਧਾਨ ਉਹ ਸਾਡਾ ਪ੍ਰਧਾਨ ਆ, ਕਿਸੇ ਹੋਰ ਦਾ ਨਹੀਂ ਪ੍ਰਧਾਨ, ਸਾਡਾ ਪ੍ਰਧਾਨ। ਸਾਡੇ ਆਪਣੇ ਦਫ਼ਤਰ ਦੇ ਵਿੱਚ ਜੇ ਆਪਣੇ ਨੁਮਾਇੰਦੇ ਨੂੰ ਗੱਲ ਦੱਸਣ ਗਏ ਆ ਤਾਂ ਉਹ ਇਹ ਸ਼ਬਦ ਵਰਤੇ ਕਿ ਜੇ ਅੱਜ ਉਹਨਾਂ ਦੇ ਕੋਲ ਪਿਸਤੌਲ ਹੁੰਦੀ ਤਾਂ ਸ਼ਾਇਦ ਮੈਨੂੰ ਗੋਲੀ ਮਾਰ ਦਿੰਦੇ। ਬੜੀ ਨਿੰਦਣਯੋਗ ਘਟਨਾ। ਅਸੀਂ ਕੋਈ ਗੁੰਡੇ ਮਵਾਲੀ ਨਹੀਂ ਪ੍ਰਧਾਨ ਜੀ, ਤਾਂ ਅਸੀਂ ਚੁਣੇ ਨੁਮਾਇੰਦੇ ਆ। ਜੇ ਤੁਸੀਂ ਕਹਿੰਦੇ ਆ ਨਾ ਵੀ ਮੈਂ ਚੁਣਿਆ ਨੁਮਾਇੰਦਾ ਆ ਤੇ ਚੁਣਨ ਵਾਲੇ ਵੀ ਅਸੀਂ ਕੌਂਸਲਰ ਹੀ ਆ, ਚਾਹੇ ਤੁਹਾਨੂੰ ਕਾਂਗਰਸ ਨੇ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਤੇ ਲੇਕਿਨ ਪ੍ਰਧਾਨ ਤੁਸੀਂ ਸਾਡੇ ਵੀ ਆ। ਸਤਿਕਾਰ ਲੈਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਆ, ਆਪੋਜੀਸ਼ਨ ਨੂੰ ਨਾਲ ਲੈ ਕੇ ਚੱਲਣਾ ਵੀ ਤੁਹਾਡੀ ਜ਼ਿੰਮੇਵਾਰੀ ਆ ਔਰ ਸਾਡਾ ਵੀ ਫਰਜ਼ ਬਣਦਾ। ਅਸੀਂ ਤੁਹਾਡਾ ਸਤਿਕਾਰ ਦੇ ਵਿੱਚ ਕੋਈ ਕਮੀ ਨਾ ਜ਼ਿੰਦਗੀ 'ਚ ਆਉਣ ਦਿੱਤੀ ਹੈ ਨਾ ਆਉਣ ਦਿਆਂਗੇ, ਲੇਕਿਨ ਆਪਣਾ ਦੁੱਖ ਦੱਸਣਾ ਸਾਡਾ ਫਰਜ਼ ਆ। ਲੇਕਿਨ ਤੁਹਾਡੇ ਵੱਲੋਂ ਇਹ ਗੱਲ ਕਹਿਣੀ ਕਿ ਬਾਹਰ ਰਜਿਸਟਰ ਪਿਆ ਉਹਦੇ 'ਤੇ ਕੰਪਲੇਂਟ ਲਿਖਾਓ, ਇਹ ਬੜੀ ਮੰਦਭਾਗੀ ਘਟਨਾ ਆ। ਔਰ ਦੂਜਾ ਤੁਸੀਂ ਆਪਣੇ ਦਫ਼ਤਰ ਦੇ ਵਿੱਚ ਕਹੋ ਗਾਲੀ ਗਲੋਚ ਕੀਤੀ ਤੇ ਲਾਈਵ ਚੱਲ ਰਿਹਾ ਸੀ। ਸਰ ਮੈਂ ਉਹੀ ਸਵਾਲ ਪੁੱਛਣਾ ਸੀ ਤੁਹਾਡੇ ਤੋਂ, ਮੈਂ ਦੁੱਗਲ ਸਾਹਿਬ ਨਾਲ ਵੀ ਗੱਲ ਕਰਨੀ ਹੈ, ਪੁਰੀ ਸਾਹਿਬ ਨਾਲ ਵੀ ਕਰਨੀ ਹੈ। ਅੱਛਾ ਤੁਸੀਂ, ਮੈਂ ਜਿੰਨੇ ਕਿ ਸਾਡੀ ਟੀਮ ਤੋਂ ਸੁਣਿਆ ਤੁਸੀਂ ਉੱਥੇ ਮੌਜੂਦ ਸੀ, ਬੜੇ ਸੁਚਾਰੂ ਢੰਗ ਨਾਲ ਗੱਲ ਹੋ ਰਹੀ ਸੀ, ਫਿਰ ਮਾਮਲਾ ਤਲਖੀ ਵੱਲ ਕਿਵੇਂ ਵੱਧ ਗਿਆ? ਉਹਨਾਂ ਨੇ ਕਿਹਾ ਕਿ ਮੇਰੇ ਨਾਲ ਗਾਲਮ ਗਾਲੀ ਵੀ ਕਰਕੇ ਗਏ। ਦੇਖੋ ਕੋਈ ਇੱਦਾਂ ਦੀ ਗੱਲ ਨਹੀਂ ਹੋਈ ਉੱਥੇ। ਜਿਹੜੇ ਆਪਣੇ ਪ੍ਰਧਾਨ ਜੀ ਨੇ ਸਾਡੇ ਸਤਿਕਾਰਯੋਗ, ਉਹਨਾਂ ਦੇ ਕੋਈ ਸ਼ਾਇਦ ਪੀਏ ਆ, ਮੈਨੂੰ ਤਾਂ ਪਤਾ ਲੱਗਾ। ਉਹ ਜਦੋਂ ਕੋਈ ਨੁਮਾਇੰਦੇ ਨਾਲ ਗੱਲ ਕਰਦਾ, ਕੋਈ ਥਰਡ ਪਰਸਨ ਦਾ ਆਪਣੇ ਵਿੱਚ ਆ ਕੇ ਦਖਲਅੰਦਾਜ਼ੀ ਕਰਨ ਦਾ ਫਰਜ਼ ਨਹੀਂ ਬਣਦਾ। ਉੱਥੇ ਸਤਿਕਾਰਯੋਗ ਰਤਨ ਜੀ ਵੀ ਬੈਠੇ ਸੀਗੇ, ਫਿਰ ਬਾਅਦ 'ਚੋਂ ਬਲਵਿੰਦਰ ਭੂਮਲਾ ਜੀ ਵੀ ਆਏ, ਉਹਨਾਂ ਨੇ ਵੀ ਗੱਲ ਦੇ ਵਿੱਚ ਗੱਲ ਕੀਤੀ ਤਾਂ ਉਹਨਾਂ ਨੂੰ ਇਹ ਕਿਹਾ ਦੇਖੋ ਸਾਡੀ ਪ੍ਰਧਾਨ ਨਾਲ ਗੱਲ ਹੋ ਰਹੀ ਆ,
ਤੁਸੀਂ ਵੀ ਨੁਮਾਇੰਦੇ ਆ, ਅਸੀਂ ਵੀ ਨੁਮਾਇੰਦੇ ਆ। ਜੇ ਸਾਨੂੰ ਦੁੱਖ ਤਕਲੀਫ ਆਈ ਆ, ਅਸੀਂ ਪ੍ਰਧਾਨ ਨੂੰ ਦੱਸਣ ਆਏ ਆ। ਪ੍ਰਧਾਨ ਦਾ ਫਰਜ਼ ਬਣਦਾ ਸਾਡੀ ਦੁੱਖ ਤਕਲੀਫ ਨੂੰ ਸੁਣਨਾ, ਨਾ ਕਿ ਪ੍ਰਧਾਨ ਇਹ ਕਵੇ। ਦੇਖੋ ਪਰ ਪ੍ਰਧਾਨ ਨਾਲ 1 ਬਾਏ 1 ਨਹੀਂ ਨਾ ਗੱਲ ਹੋਈ ਉੱਥੇ, ਸਾਰੇ ਤਲਖੀ 'ਚ ਥੋੜਾ ਉੱਚੀ ਆਵਾਜ਼ 'ਚ ਗੱਲ ਕਰ ਰਹੇ ਸੀ। ਵੀ ਮੈਂ ਸੁਣਨ 'ਚ ਆਇਆ ਕਿ ਪ੍ਰਧਾਨ ਜੀ ਨੇ ਕਿਹਾ ਮੈਨੂੰ ਉੱਚੀ ਆਵਾਜ਼ 'ਚ ਗੱਲ ਨਾ ਕਰੋ। ਦੇਖੋ ਪ੍ਰਧਾਨ ਜੀ ਨੇ ਇਹ ਉੱਥੇ ਇਹ ਸ਼ਬਦ ਕਿਹਾ ਵੀ ਜੇ ਤੁਸੀਂ ਰੌਲਾ ਪਾਉਣਾ ਤਾਂ ਪਾਈ ਜਾਓ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਅਸੀਂ ਬੋਲਦੇ ਹਾਂ ਤਾਂ ਬੋਲੀ ਜਾਈਏ, ਮੇਰੀ ਸਿਹਤ 'ਤੇ ਅਸਰ ਕੋਈ ਨਹੀਂ। ਫਿਰ ਲਲਿਤ ਮੋਹਨ ਪਾਠਕ ਜੀ ਨੇ ਕਿਹਾ ਕਿ ਪ੍ਰਧਾਨ ਜੀ ਕਿਤੇ ਇਹ ਨਾ ਹੋਵੇ ਵੀ ਸਾਨੂੰ ਬਾਹਰ ਬੈਠ ਕੇ ਬੋਲਣਾ ਪਵੇ, ਧਰਨੇ ਲਾਉਣ ਪੈਣ। ਉਹ ਕਹਿੰਦਾ ਜੀ ਉਹ ਤੁਹਾਡਾ ਹੱਕ ਆ। ਉਹਨੇ ਉੱਥੇ ਪ੍ਰਧਾਨ ਜੀ ਨੂੰ ਇਹ ਚਾਹੀਦਾ ਸੀ ਵੀ ਤੁਹਾਨੂੰ ਇਦਾਂ ਦੀ ਮੈਂ ਨੌਬਤ ਹੀ ਨਹੀਂ ਆਉਣ ਦਿੰਦਾ। ਜਿਹੜਾ ਤੁਸੀਂ ਕਹਿਣਾ ਚਾਹੁੰਦੇ ਕਿ ਭਾਈਚਾਰਕ ਗੱਲ ਨਹੀਂ ਹੋਈ। ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਰੌਲਾ ਪਾਉਣਾ ਪਾਈ ਜਾਓ। ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਅਸੀਂ ਲੋਕਾਂ ਦੇ ਚੁਣੇ ਨੁਮਾਇੰਦੇ ਬੋਲਦੇ ਹਾਂ ਤਾਂ ਬੋਲੀ ਜਾਓ, ਮੇਰੀ ਸਿਹਤ 'ਤੇ ਕੋਈ ਅਸਰ ਨਹੀਂ। ਦੂਜਾ ਜਿਹੜਾ ਉਹਨਾਂ ਨੇ ਇਲਜ਼ਾਮ ਲਾਇਆ ਗਾਲੀ ਗਲੋਚ ਦਾ, ਇਹ ਬੜਾ ਦੁਰਭਾਗੇਪੂਰਨ ਆ। ਦੁੱਗਲ ਸਾਹਿਬ ਤੁਸੀਂ ਸੁਣ ਲਿਆ, ਖਾਲਸਾ ਜੀ ਕਹਿੰਦੇ ਨੇ ਕਿ ਰੌਲਾ ਪਾਉਣਾ ਤਾਂ ਰੌਲਾ ਬਾਹਰ ਜਾ ਕੇ ਪਾ ਲਓ, ਤੁਹਾਡਾ ਹੱਕ ਹੈ। ਇਸ ਗੱਲ ਨੂੰ ਕਿੰਨਾ ਕੁ ਜਾਇਜ਼ ਮੰਨਦੇ? ਕਿਉਂਕਿ ਇਹ ਕਹਿੰਦੇ ਕਿ ਅਸੀਂ ਆਪਣੇ ਜਿਹੜੇ ਪੁਆਇੰਟਸ ਉਹ ਪੁੱਟ ਅਪ ਕਰਨ ਜਾ ਰਹੇ ਸੀਗੇ, ਜਿਹੜੀ ਆਮ ਜਨਤਾ ਇਹਨਾਂ ਤੱਕ ਪਹੁੰਚਾਉਂਦੀ ਹੈ ਆਪਣੇ ਦੁੱਖ, ਜੋ ਇਹਨਾਂ ਦੇ ਮਨ ਦੇ ਵਲਵਲੇ ਨੇ, ਜੋ ਇਹਨਾਂ ਦੀ ਪੀੜਾਂ, ਕਿਉਂਕਿ ਇਹ ਗਏ ਤਾਂ ਡਿਵੈਲਪਮੈਂਟ ਨੂੰ ਲੈ ਕੇ ਸੀ, ਪਰ ਇਹਨਾਂ ਨੂੰ ਕਹਿਣਾ ਜਿਹੜਾ ਰੌਲਾ ਪਾਉਣਾ ਪਾ ਲਓ, ਉਹਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਦੇਖੋ ਗੱਲ ਇਹ ਆ, ਮੈਂ ਇਸ ਗੱਲ ਦੇ ਵਿੱਚ ਤਾਂ ਨਹੀਂ ਸਹਿਮਤ, ਪਰ ਅੱਜ ਜੋ ਪ੍ਰਧਾਨ ਜੀ ਦਾ ਵਤੀਰਾ ਸੀ, ਨਗਰ ਕੌਂਸਲ ਦਾ ਪ੍ਰਧਾਨ ਜਿਹੜਾ ਹੁੰਦਾ ਉਹਦਾ ਤਾਂ ਇਹ ਮਕਸਦ ਹੋਣਾ ਚਾਹੀਦਾ ਵੀ ਨਵਾਂਸ਼ਹਿਰ ਦੇ ਵਿੱਚ ਇਕੁਅਲ ਡਿਵੈਲਪਮੈਂਟ ਹੋਣੀ ਚਾਹੀਦੀ ਆ। ਤੁਸੀਂ ਦੇਖੋ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਸੀਐਮ ਸੀਗੇ ਤਾਂ ਉਹਨਾਂ ਨੇ ਕਦੀ ਵੀ ਨਹੀਂ ਦੇਖਿਆ ਜੀ, ਹਰ ਸ਼ਹਿਰ ਦੇ ਵਿੱਚ ਹਰ ਵਾਰਡ ਨੂੰ ਉਹਨਾਂ ਨੇ ਪੈਸੇ ਦਿੱਤੇ। ਮਤਲਬ ਤੁਸੀਂ ਕਢਾਓ ਉਹਦੇ ਵਿੱਚੋਂ ਵੇਰਵਾ ਕਢਾ ਲਓ, ਕਦੀ ਉਹਨਾਂ ਨੇ ਫਰਕ ਹੀ ਨਹੀਂ ਸੀ ਰੱਖਿਆ ਵੀ ਪੱਖਪਾਤ ਤਾਂ 1% ਨਹੀਂ ਸੀਗਾ। ਦੇਖੋ ਇਹ ਜਿਹੜੀ ਪਾਲਿਸੀ ਤੇ ਚੱਲ ਰਹੇ ਆ, ਇਹ ਵਿਧਾਇਕ ਸਾਹਿਬ ਸਾਡੇ ਜਿਹੜੀ ਪਾਲਿਸੀ ਤੇ ਚੱਲ ਰਹੇ ਆ, ਦੇਖੋ ਇਹ ਬੜੀ ਖਤਰਨਾਕ ਪਾਲਿਸੀ ਆ ਔਰ ਇਹਦਾ ਇਹਨਾਂ ਨੂੰ ਖਮਿਆਜਾ ਭੁਗਤਣਾ ਪੈਣਾ ਆ। ਇਹ ਚੁਣੇ ਹੋਏ ਨੁਮਾਇੰਦੇ ਆ, ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਔਰ ਚੁਣ ਕੇ ਇਹ ਨਗਰ ਕੌਂਸਲ ਦੇ ਮੈਂਬਰ ਬਣੇ ਆ ਔਰ ਲੋਕਾਂ ਨੂੰ ਇਹਨਾਂ ਤੋਂ ਬੜੀਆਂ ਆਸਾਂ ਆ। ਔਰ ਇਹ ਤਾਂ ਰੌਲਾ ਪਾਊਗਾ ਹੀ ਜਦੋਂ ਇਹਨਾਂ ਤੋਂ ਹਾਰੇ ਹੋਏ ਬੰਦੇ ਉੱਥੇ ਜਾ ਕੇ ਗਲੀਆਂ ਪਟਾਊਗੇ ਜਾਂ ਉੱਥੇ ਜਾ ਕੇ ਡਿਵੈਲਪਮੈਂਟ ਲਈ ਕਹੂਗੇ, ਤਾਂ ਫਿਰ ਤਾਂ ਇਹ ਰੌਲਾ ਪਾਊਗੇ ਜੀ। ਫਿਰ ਇਹ ਕਿਉਂ ਚੁੱਪ ਬੈਠੂਗੇ? ਕਿਉਂਕਿ ਲੋਕਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ, ਚੁੱਪ ਰਹਿਣ ਨੂੰ ਥੋੜਾ ਨਾ ਭੇਜਿਆ। ਪਰ ਪ੍ਰਧਾਨ ਜੀ ਉੱਥੇ ਇਹ ਵੀ ਕਹਿੰਦੇ ਨੇ ਕਿ ਮੇਰੇ ਨਾਲ ਬੜੀ ਉੱਚੀ ਸਾਊਂਡ 'ਚ ਗੱਲ ਕੀਤੀ ਗਈ, ਮੈਨੂੰ ਕਿਸੇ ਨੇ ਸੁਣਿਆ ਹੀ ਨਹੀਂ। ਜ਼ਿਆਦਾ ਰੌਲਾ ਇਹਨਾਂ ਦਾ ਸੀਗਾ, ਇੱਕ ਕੁਐਸਚਨ ਇਕੱਠੇ 3-3 4-4 ਕੁਐਸਚਨ ਹੁੰਦੇ ਸੀਗੇ। ਜੇ ਇਹ ਵੀ ਸ਼ਾਇਦ ਇੱਕ ਕੁਐਸਚਨ ਕਰ ਲੈਂਦੇ ਸ਼ਾਇਦ ਉਹ ਜਵਾਬ ਦੇ ਦਿੰਦੇ। ਤੁਹਾਨੂੰ ਕੀ ਲੱਗਦਾ ਇਹਨਾਂ ਨੂੰ 1 ਬਾਏ 1 ਕੋਈ ਗੱਲ ਕਰਨੀ ਚਾਹੀਦੀ ਸੀ? ਦੇਖੋ ਜਦੋਂ ਸਬਰ ਦਾ ਬੰਨ ਟੁੱਟ ਜਾਂਦਾ ਨਾ ਤਾਂ ਉਸ ਟਾਈਮ ਇਦਾਂ ਦਾ ਮਾਹੌਲ ਹੀ ਬਣਦਾ ਆ। ਇਹ ਮਾਹੌਲ ਵੀ ਇਹਨਾਂ ਵੱਲੋਂ ਕ੍ਰੀਏਟ ਕੀਤਾ ਆ। ਇਹ ਜੇ ਸਖਾਵਾਂ ਮਾਹੌਲ ਰੱਖਦੇ, ਹਰ ਇੱਕ ਬੰਦੇ ਦੀ ਗੱਲ ਸੁਣਦੇ, ਤਾਂ ਸ਼ਾਇਦ ਅੱਜ ਨੌਬਤ ਆਣੀ ਨਹੀਂ ਸੀਗੀ। ਮਤਲਬ ਪਹਿਲੀ ਗੱਲ ਸੁਣ ਲਈ ਹੁੰਦੀ ਤਾਂ ਇਕੱਠੇ ਹੋ ਕੇ ਨਾ ਆਉਂਦੇ। ਬਿਲਕੁਲ। ਔਰ ਮੈਂ ਇਹ ਗੱਲ ਕਹਿਣਾ, ਹੁਣ ਵੀ ਪ੍ਰਧਾਨ ਜੀ ਅਗਰ ਇਸ ਗੱਲ ਤੇ ਨਹੀਂ ਵਿਚਾਰ ਕਰੂਗੇ ਤਾਂ ਇਹ ਹੋਰ ਗੱਲ ਇਹ ਰੁਕਣੀ ਥੋੜਾ ਨਾ ਜੀ। ਕਿਉਂਕਿ ਦੇਖੋ ਇਹ ਚੁਣਿਓ ਨੁਮਾਇੰਦੇ ਆ, ਇਹਨਾਂ ਨੇ ਤਾਂ ਆਪਣੀ ਗੱਲ ਰੱਖਣੀ ਆ ਔਰ ਉਹਦਾ ਢੰਗ ਕਿੱਦਾਂ ਦਾ ਹੋਊਗਾ ਔਰ ਆਉਣ ਵਾਲਾ ਟਾਈਮ ਫਿਰ ਉਹ ਦੱਸੂਗਾ ਜੀ। ਬਿਲਕੁਲ ਇਹ ਜਵਾਬਦੇਹ ਨੇ, ਆਪਣੇ ਜਿਸ ਵੀ ਵਾਰਡ ਦੇ ਨੁਮਾਇੰਦੇ ਨੇ, ਹਰ ਇੱਕ ਨੁਮਾਇੰਦਾ ਆਪਣੇ ਵਾਰਡ ਵਿੱਚ ਜਵਾਬਦੇਹ ਹੈ। ਪੁਰੀ ਸਾਹਿਬ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ। ਪੁਰੀ ਸਾਹਿਬ ਤੁਹਾਡਾ ਬਹੁਤ ਵੱਡਾ ਤਜਰਬਾ ਪੋਲੀਟਿਕਸ ਨੂੰ ਲੈ ਕੇ, ਇੱਕ ਸਵਾਲ ਤੁਹਾਡੇ ਤੋਂ ਮੈਂ ਜ਼ਰੂਰ ਪੁੱਛਣਾ ਚਾਹੁੰਦਾ, ਕਿਉਂਕਿ ਜਿਵੇਂ ਕਹਿ ਰਹੇ ਨੇ ਕਿ ਹਾਰੇ ਹੋਏ ਪਾਰਸ਼ਦ ਤੋਂ ਜਿਹੜੀਆਂ ਗਲੀਆਂ ਉਹ ਪਟਾ ਦੇਣੀਆਂ, ਸਾਰਾ ਡਾਟਾ ਉਹਦੇ ਕੋਲ ਹੋਣਾ ਔਰ ਜਿੱਤੇ ਹੋਏ ਪਾਰਸ਼ਦ ਨੂੰ ਕੁਝ ਪਤਾ ਹੀ ਨਾ ਹੋਣਾ, ਇਹ ਗੱਲ ਕਿੰਨੀ ਕੁ ਜਾਇਜ਼ ਲੱਗਦੀ? ਇਹ ਬਿਲਕੁਲ ਗਲਤ ਹੈ। ਜਿਹੜਾ ਜਿੱਤਿਆ ਪਾਰਸ਼ਦ ਹੈ ਜੀ, ਉਹਦੇ ਬਗੈਰ ਸਲਾਹ ਤੋਂ, ਬਗੈਰ ਗੱਲ ਤੋਂ ਕੋਈ ਕੰਮ ਨਹੀਂ ਹੋਣਾ ਚਾਹੀਦਾ। ਲੋਕਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ, ਆਪਣਾ ਵਕੀਲ ਬਣਾਇਆ, ਜਿਹਦੀ ਸਲਾਹ ਉਹ ਦਵੇ ਉਹ ਲੈਣੀ ਚਾਹੀਦੀ ਆ। ਪਰ ਸਚਿਨ ਦੀਵਾਨ ਜੀ ਤੇ ਸਾਡੇ ਨਵੇਂ ਪ੍ਰਧਾਨ ਜੀ ਆ, ਉਹਨਾਂ ਨੇ ਨਵਾਂ ਹੀ ਦਸਤੂਰ ਪੈਦਾ ਕਰਤਾ ਵੀ ਜੇ ਕੋਈ ਸ਼ਿਕਾਇਤ ਵੀ ਹੈ ਤਾਂ ਪ੍ਰਧਾਨ ਜੀ ਨੂੰ ਦੱਸੋ ਪਹਿਲਾਂ। ਜੇ ਤੁਹਾਡਾ ਸੀਵਰੇਜ ਰੁਕਿਆ ਤਾਂ ਵੀ ਪ੍ਰਧਾਨ ਜੀ ਖੋਲ੍ਹਣਗੇ, ਜੇ ਤੁਹਾਡਾ ਬੱਲਬ ਫਿਊਜ਼ ਆ ਤਾਂ ਵੀ ਪ੍ਰਧਾਨ ਜੀ ਲਾਉਣਗੇ। ਉਹਨਾਂ ਦੀ ਮਰਜ਼ੀ ਤੋਂ ਬਗੈਰ ਕੋਈ ਗੱਲ ਨਹੀਂ ਹੁੰਦੀ। ਇੰਨਾ ਸਾਰਾ ਕੰਮ ਉਹ ਇਕੱਲੇ ਮੈਨੇਜ ਕਰ ਪਾਉਣਗੇ ਜੀ? ਉਹ ਐਸਾ ਉਹ ਆਪ ਨਹੀਂ ਕਰਦੇ। ਉਹ ਘੰਟੀ ਵੱਜਦੀ ਉੱਪਰੋਂ, ਅੱਛਾ, ਉਹ ਘੰਟੀ ਵੱਜਦੀ ਆ, ਜਦ ਉਹ ਘੰਟੀ ਵੱਜ ਜਾਂਦੀ ਤੁਰ ਪੈਂਦੇ ਆ। ਇੰਨਾ ਕੁਛ ਆਉਂਦਾ ਉਹਨਾਂ ਨੂੰ। ਪਰ ਦੇਖੋ ਜਿਹੜੇ ਲੋਕ ਕਿਸੇ ਵੀ ਵਾਰਡ ਵਿੱਚ ਰਹਿੰਦੇ ਨੇ, ਮੰਨ ਲਓ ਇੱਕ ਵਾਰਡ 'ਚ ਰਹਿੰਦੇ ਨੇ ਜਾਂ 19 ਵਾਰਡ ਨੰਬਰ 'ਚ ਰਹਿੰਦੇ ਨੇ, ਉਹ ਸਵਾਲ ਤਾਂ ਜਿੱਤੇ ਹੋਏ ਪਾਰਸ਼ਦ ਤੋਂ ਪੁੱਛਣਗੇ ਨਾ। ਬਿਲਕੁਲ ਉਹ ਪੁੱਛਣਗੇ ਵੀ ਤੈਨੂੰ ਅਸੀਂ ਵੋਟਾਂ ਪਾਈਆਂ, ਤੈਨੂੰ ਜਿਤਾਇਆ, ਤੈਨੂੰ ਉਹਦਾ ਵਕੀਲ ਬਣਾਇਆ, ਤੂੰ ਸਾਡੀ ਗੱਲਾਂ ਨੂੰ ਸੁਣ ਕੇ ਸਾਡਾ ਹੱਲ ਕਰ। ਪਰ ਪ੍ਰਧਾਨ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆ। ਉਹ ਕੰਮ ਕਰਦਾ ਜਿਹੜਾ ਉੱਪਰੋਂ ਘੰਟੀ ਹਿਲਦੀ ਆ, ਉਹ ਹਿੱਲਣ ਦਾ ਬਾਅਦ ਕੰਮ ਹੁੰਦਾ। ਅੱਛਾ, ਤੁਹਾਡੀ ਫੈਮਿਲੀ ਨੇ ਪਾਰਟਿਸਿਪੇਟ ਕੀਤਾ ਸੀ ਇਲੈਕਸ਼ਨਸ ਵਿੱਚ, ਪਰ ਉਸ ਤੋਂ ਬਾਅਦ ਜਿੱਤੇ ਹੋ ਜਿਹੜੇ ਉੱਥੇ ਨੁਮਾਇੰਦੇ ਨੇ, ਉਹਨਾਂ ਨੇ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰ ਰਹੇ ਨੇ? ਨਹੀਂ, ਕੋਈ ਵਾਅਦਾ ਨਹੀਂ ਪੂਰਾ ਹੋ ਰਿਹਾ। ਵਾਅਦਾ ਕੋਈ ਪੂਰਾ ਨਹੀਂ ਹੋ ਰਿਹਾ। ਵਾਅਦੇ ਹੀ ਹੁੰਦੇ ਆ ਜੀ। ਉਹਦੇ ਬਾਅਦ ਉਹ ਦੇਖੀ ਨਹੀਂ ਕਿਤੇ ਵੀ ਨਹੀਂ ਦੇਖਿਆ।
ਆਹ ਸਵਾਲ ਮੈਂ ਜ਼ਰੂਰ ਲਾਉਂਗਾ ਕਿ ਹਾਰਿਆ ਹੋਇਆ ਪਾਰਸ਼ਦ ਇੰਟਰਵੀਨ ਕਿਉਂ ਕਰਦਾ, ਉਹਦਾ ਕਾਰਨ ਕੀ ਲੱਗਦਾ ਤੁਹਾਨੂੰ? ਦੇਖੋ ਠੀਕ ਹੈ, ਉਹ ਕਾਂਗਰਸ ਦਾ ਉੱਥੋਂ ਨੁਮਾਇੰਦਾ ਆ, ਕਾਂਗਰਸ ਨੂੰ ਉਹਨੇ ਇਲੈਕਸ਼ਨ ਲੜਾਈ, ਪਾਰਟੀ ਦੇ ਵਿੱਚ ਉਹਦਾ ਸਤਿਕਾਰ ਹੋਣਾ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈ, ਹਰੇਕ ਪਾਰਟੀ ਕਰਦੀ ਹੈ, ਕਰੇ। ਲੇਕਿਨ ਅੱਜ ਤੱਕ ਜਦੋਂ ਵੀ ਹੁੰਦਾ ਸੀਗਾ ਅਸੀਂ ਅਕਾਲੀ ਦਲ ਦੀ ਸਰਕਾਰ ਰਹੀ ਆ, ਜੇ ਸਾਡੇ ਹਾਰੇ ਐਮਸੀ ਸੀਗੇ ਤੇ ਅਸੀਂ ਜਿੱਤੇ ਨੂੰ ਪੁੱਛਦੇ ਸੀਗੇ, ਅਸੀਂ ਹਾਰੇ ਨੂੰ ਥੋੜ੍ਹਾ ਪੁੱਛਦੇ ਸੀਗੇ। ਤੇ ਜੇ ਅਸੀਂ ਗੱਲ ਕਰਾਂਗੇ ਅਸੀਂ ਪ੍ਰਧਾਨ ਨਾਲ ਹੀ ਕਰਾਂਗੇ, ਹੋਰ ਅਸੀਂ ਆਪਣੀ ਗੱਲ ਕਿੱਥੇ ਰੱਖ ਸਕਦੇ ਹਾਂ? ਕਿਉਂਕਿ ਅਸੀਂ ਲੋਕਾਂ ਨੂੰ ਜਵਾਬਦੇ ਹਾਂ। ਜੇ ਗੰਦਾ ਪਾਣੀ ਆਉਂਦਾ ਤੇ ਲੋਕਾਂ ਨੇ ਸਾਨੂੰ ਪੁੱਛਣਾ, ਜਵਾਬਦੇ ਅਸੀਂ ਆ। ਜੇ ਸੀਵਰੇਜ ਬਲੌਕ ਆ, ਲਾਈਟ ਬੰਦ ਆ, ਜਵਾਬਦੇ ਕੌਣ ਆ? ਅਸੀਂ ਆ। ਪ੍ਰਧਾਨ ਜੀ ਤਾਂ ਸਾਨੂੰ ਜਵਾਬਦੇ ਆ, ਲੋਕਾਂ ਨੂੰ ਨਹੀਂ, ਅਸੀਂ ਲੋਕਾਂ ਨੂੰ ਜਵਾਬਦੇ ਆ। ਇਸ ਕਰਕੇ ਪ੍ਰਧਾਨ ਨੂੰ ਸਾਡੀ ਗੱਲ ਸੁਣਨੀ ਵੀ ਪਊਗੀ। ਸਾਡੀ ਖਾਸ ਜਿਹਦੇ ਵਿੱਚ ਪੋਲਿਟਿਕਸ ਤਾਂ ਨਹੀਂ ਹੋ ਰਹੀ? ਬਿਲਕੁਲ ਨਹੀਂ ਜੀ, ਪੋਲਿਟਿਕਸ ਹੋ ਰਹੀ। ਅਸੀਂ ਤਾਂ ਇਹ ਦੱਸ ਰਹੇ ਹਾਂ ਵੀ ਪ੍ਰਧਾਨ ਜੀ ਸਤਿਕਾਰਯੋਗ ਆ, ਪ੍ਰਧਾਨ ਜੀ ਦਾ ਸਤਿਕਾਰ ਕਰਦੇ ਰਹਿਣਾ, ਕਿਉਂਕਿ ਇਹ ਪ੍ਰਧਾਨ ਨੇ ਦੇਖਣਾ ਵੀ ਮੈਂ ਸਤਿਕਾਰ ਜਿੱਦਾਂ ਉਹ ਕਹਿੰਦੇ ਨੇ ਕਿ ਅੱਜ ਸਾਰਿਆਂ ਨੇ ਰਲ ਕੇ ਮੈਨੂੰ ਘੇਰਿਆ ਇਕੱਲੇ ਨੂੰ। ਦੇਖੋ ਪੋਲਿਟਿਕਸ ਤਾਂ ਨਹੀਂ ਹੈ। ਮੇਰੀ ਬੇਨਤੀ ਸੁਣੋ, 7 ਕੋਈ ਆਜ਼ਾਦ ਆ, 3-4 ਅਕਾਲੀ ਦਲ ਦੇ ਸੀਗੇ, ਇੱਕ ਬਸਪਾ ਦਾ ਸੀਗਾ, ਕੁਝ ਕਾਂਗਰਸ ਤੋਂ ਨਾਰਾਜ਼ ਹੋਏ ਕੌਂਸਲਰ ਮੈਂ ਸੀਗੇ। ਇਹ ਸਵਾਲ ਪੁੱਛਣਾ ਕਿਉਂਕਿ ਮੈਨੂੰ ਗੱਲ ਯਾਦ ਆਈ ਹੈ, ਮੈਂ ਉਹਨਾਂ ਦੀ ਇੰਟਰਵਿਊ ਨਹੀਂ ਸੁਣ ਰਿਹਾ ਜਿਹੜੀ ਸਾਡੇ ਚੈਨਲ ਤੇ ਚੱਲੀ ਹੈ। ਉਹ ਕਹਿੰਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੈ ਕਿ ਮੈਂ ਕੁਰਸੀ ਤੇ ਬੈਠਾ। ਦੇਖੋ ਉਹਨਾਂ ਨੂੰ ਬਹੁਮਤ ਮਿਲਿਆ ਕਾਂਗਰਸ ਨੂੰ, ਇਹ ਲੋਕ ਰਾਜ ਆ, ਉਹਨਾਂ ਨੇ ਕਿਹਨੂੰ ਪ੍ਰਧਾਨ ਬਣਾਉਣਾ? ਸਚਿਨ ਨੂੰ ਉਹਨਾਂ ਨੂੰ ਕਾਬਲ ਲੱਗੇ, ਉਹਨਾਂ ਨੂੰ ਪ੍ਰਧਾਨ ਬਣਾਤਾ। ਤੇ ਇਹਦੇ ਵਿੱਚ ਕੋਈ ਇਤਰਾਜ਼ ਵਾਲੀ ਤਾਂ ਗੱਲ ਕੋਈ ਨਹੀਂ ਹੈਗੀ। ਸਾਡੇ ਕੋਲ ਬਹੁਮਤ ਹੈ ਨਹੀਂ ਸੀਗਾ, ਅਸੀਂ ਆਪੋਜੀਸ਼ਨ 'ਚ ਬੈਠੇ ਆ, ਤੇ ਲੋਕ ਜੋ ਫਤਵਾ ਦਿੰਦੇ ਆ ਉਹ ਸਿਰ ਮੱਥੇ ਆ। ਜਿਹੜੀ ਉਹਨਾਂ ਦੀ ਇਹ ਸੋਚ ਹੈ ਕਿ ਜਰ ਨਹੀਂ ਹੁੰਦਾ। ਦੇਖੋ ਪ੍ਰਧਾਨ ਉਹਨਾਂ ਨੂੰ ਕਾਂਗਰਸ ਦੇ ਵਿਧਾਇਕ ਅੰਗਦ ਸਿੰਘ ਸੈਣੀ ਨੇ ਬਣਾਇਆ, ਤੇ ਲੇਕਿਨ ਹੁਣ ਉਹ ਕੰਮ ਜਦੋਂ ਪ੍ਰਧਾਨ ਬਣ ਗਏ, ਹੁਣ ਉਹ ਕਾਂਗਰਸ ਦੇ ਪ੍ਰਧਾਨ ਨਹੀਂ, ਸ਼ਹਿਰ ਦੇ ਪ੍ਰਧਾਨ ਆ। ਸ਼ਹਿਰ ਦੀ ਲੋੜ ਮੁਤਾਬਕ ਕੰਮ ਕਰਨ। ਹੁਣ ਸਚਿਨ ਜੀ ਨੇ ਦੇਖਣਾ ਵੀ ਮੈਂ ਸ਼ਹਿਰ ਕਿੱਦਾਂ ਚਲਾਉਣਾ, ਮੈਂ ਨਵਾਂ ਸ਼ਹਿਰ ਦੇ ਕੌਂਸਲਰਾਂ ਨੂੰ ਕਿੱਦਾਂ ਆਪਣੇ ਕਲਾਵੇ 'ਚ ਲੈ ਕੇ ਕੰਮ ਕਰਨੇ। ਇਹ ਨਹੀਂ ਹੈਗਾ। ਲੱਗਦਾ ਇਹ ਦੇਖੋ ਪਾਰਸ਼ਦ ਦੀਆਂ ਜਿਹੜੀਆਂ ਵੋਟਾਂ ਤਾਂ ਨਿਕਲ ਗਈਆਂ, ਕੀ ਲੱਗਦਾ ਜਿਹੜੀ ਆਉਣ ਵਾਲੀ ਵਿਧਾਨ ਸਭਾ ਦੀ ਵੋਟ ਉਹਦੀ ਤਿਆਰੀ ਚੱਲ ਰਹੀ ਹੈ? ਦੇਖੋ ਬਿਲਕੁਲ ਗੱਲ ਉਹੀ ਆ ਗਈ ਵੀ ਤੁਸੀਂ ਜਿਹੜੇ ਨੁਮਾਇੰਦੇ ਹਾਰ ਗਏ ਕਾਂਗਰਸ ਦੇ, ਵੀ ਕੱਲ੍ਹ ਨੂੰ ਉਹਨਾਂ ਨੇ ਫਿਰ ਉੱਥੇ ਵੋਟਾਂ ਮੰਗਣ ਜਾਣਾ, ਉਹਨਾਂ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿੱਤੇ ਕੌਂਸਲਰ ਤਾਂ ਕੁਝ ਨਹੀਂ ਕਰਦੇ। ਦੇਖੋ ਹਾਰੇ ਅੱਜ ਚਾਹੇ ਹਾਰ ਗਏ ਆ, ਕੰਮ ਉਹ ਕਰਦੇ, ਲਾਈਟਾਂ ਠੀਕ ਉਹ ਕਰਾ ਰਹੇ, ਸੀਵਰੇਜ ਉਹ ਕਰਾ ਰਹੇ ਆ। ਤੇ ਇਹ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਆ ਵੀ ਵੋਟਾਂ ਦੀ ਖਾਤਰ ਤੁਸੀਂ ਚੁਣੇ ਨੁਮਾਇੰਦਿਆਂ ਨੂੰ ਨੁੱਕਰੇ ਲਾ ਦਿਓ? ਇਹ ਸਾਡਾ ਸਭ ਤੋਂ ਵੱਡਾ ਸਵਾਲ ਹੀ ਇਹ ਆ। ਲੋਕਾਂ ਦੇ ਫਤਵੇ ਨੂੰ ਤਾਂ ਮੰਨਣਾ ਦੇਖੋ ਲੋਕਾਂ ਨੇ ਫਤਵਾ ਦਿੱਤਾ। ਜਿਹੜੀ ਮੈਂ ਪਹਿਲਾਂ ਵੀ ਬੇਨਤੀ ਕੀਤੀ, ਨਗਰ ਕੌਂਸਲ ਦਾ ਇਲੈਕਸ਼ਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੀ ਹੋ ਜਾਂਦਾ। ਬਹੁਤ ਸਾਰੇ ਲੋਕ ਤੁਹਾਨੂੰ ਵੋਟ ਪਾਉਂਦੇ ਆ, ਜਦੋਂ ਤੁਸੀਂ ਚੁਣ ਕੇ ਚਲ ਗਏ ਉਦੋਂ ਤੁਹਾਡੀ ਕੋਈ ਪਾਰਟੀ ਨਹੀਂ ਹੈਗੀ। ਹੁਣ ਅਸੀਂ ਨਗਰ ਕੌਂਸਲ ਦੇ ਕੌਂਸਲਰ ਆ, ਸਾਡੀ ਉੱਥੇ ਅੰਦਰ ਹਾਊਸ ਦੇ ਅੰਦਰ ਕੋਈ ਪਾਰਟੀ ਨਹੀਂ ਹੈਗੀ ਵੀ ਨਾ ਸਾਡੇ ਠਿੱਪਾ ਲੱਗਾ। ਹਾਂ ਠੀਕ ਆ, ਚਾਹੀਦੀ ਵੀ ਨਹੀਂ। ਚਾਹੀਦੀ ਨਹੀਂ। ਮੈਂ ਦੁੱਗਲ ਸਾਹਿਬ ਤੋਂ ਇੱਕ ਸਵਾਲ ਲੈਣਾ, ਫਿਰ ਤੁਹਾਡੇ ਨਾਲ ਲਾਸਟ ਗੱਲ ਕਰੂੰਗਾ। ਦੁੱਗਲ ਸਾਹਿਬ, ਪੁਰੀ ਸਾਹਿਬ ਨੇ ਗੱਲ ਕੀਤੀ ਹੈ ਘੰਟੀ ਖੜਕ ਜਾਂਦੀ ਹੈ, ਤੁਹਾਨੂੰ ਕੀ ਲੱਗਦਾ ਸਚਿਨ ਦੇਵਾਨ ਜੀ ਨੂੰ ਕਿਹੜੀ ਘੰਟੀ ਖੜਕਦੀ ਹੈ? ਇਹਦਾ ਸਾਰੇ ਨਵਾਂ ਸ਼ਹਿਰ ਨੂੰ ਪਤਾ ਜੀ, ਤੁਹਾਨੂੰ ਪਤਾ ਜੀ ਕਿੱਥੋਂ ਘੰਟੀ ਹਿਲਦੀ ਆ। ਉਹ ਕਿਉਂਕਿ ਉਹ ਬੜੀ ਮਾੜੀ ਸੋਚ ਲੈ ਕੇ ਬੈਠੇ ਆ। ਠੀਕ ਆ ਜੀ, ਇਹ ਜਿਹੜਾ ਕੰਮ ਹੈ ਮਾੜੀ ਸੋਚ ਦਾ ਹੀ ਆ। ਸ਼ਹਿਰ ਦੀ ਡਿਵੈਲਪਮੈਂਟ ਕਰਾਉਣਾ ਇਹਨਾਂ ਦਾ ਪਹਿਲਾ ਲਕਸ਼ ਆ। ਠੀਕ ਆ, ਇਹ ਜਿਹੜਾ ਕੰਮ ਅੱਜ ਜਿਹੜਾ ਮਾਹੌਲ ਇਹ ਬਣਾ ਰਹੇ ਆ, ਉਹਦੇ ਜ਼ਿੰਮੇਵਾਰ ਵੀ ਇਹ ਲੋਕ ਆ। ਠੀਕ ਆ, ਇਹ ਤਾਂ ਇਹਨਾਂ ਨੇ ਅੱਜ ਜਾ ਕੇ ਦੱਸਿਆ ਆ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਠੀਕ ਆ ਜੀ, ਅੱਗੇ ਤੋਂ ਵੀ ਜੇ ਮਤਲਬ ਇਹਨਾਂ ਦੇ ਇਹ ਸੰਕੇਤ ਦਿੱਤਾ ਉਹਨਾਂ ਨੂੰ। ਜੀ ਖਾਲਸਾ ਜੀ, ਲਾਸਟ ਸਵਾਲ, ਕਿਉਂਕਿ ਮੈਨੂੰ ਪਤਾ ਤੁਹਾਡੇ ਪਿਤਾ ਜੀ ਦੀ ਵੀ ਤਬੀਅਤ ਥੋੜ੍ਹੀ ਸਹੀ ਨਹੀਂ ਚੱਲ ਰਹੀ, ਥੋੜ੍ਹੇ ਤੁਸੀਂ ਵੀ ਬੇਚੈਨ ਹੋ ਇੱਥੇ ਕਿਉਂਕਿ ਬਾਰ-ਬਾਰ ਕਾਲ ਆ ਰਹੀ ਹੈ। ਖਾਲਸਾ ਜੀ, ਇਹ ਜਿਹੜਾ ਵਿਵਾਦ ਹੈ ਉਹ ਹੁਣ ਵਧੇਗਾ ਕਿ ਘਟੇਗਾ, ਥੰਮ ਜਾਏਗਾ ਕਿ ਤੁਹਾਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਹੋਰ ਚੰਗਿਆਰੀ ਜਿਹੜੀ ਫੁੱਟੇਗੀ? ਦੇਖੋ ਇਹ ਪ੍ਰਧਾਨ ਜੀ ਦੇ ਸਾਡੇ ਸਤਿਕਾਰਯੋਗ ਆ, ਉਹਨਾਂ 'ਤੇ ਡਿਪੈਂਡ ਆ ਜੀ। ਅੱਜ ਗੱਲ ਲੈ ਕੇ ਗਏ ਆ, ਸ਼ਾਇਦ ਮੈਂ ਸਮਝਦਾ ਬੜੇ ਸੁਲਝੇ, ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਲੰਬਾ ਸਮਾਂ ਸਾਡੇ ਨਾਲ ਕੌਂਸਲਰ ਰਹੇ ਆ, ਬੜੇ ਸਤਿਕਾਰਯੋਗ ਆ। ਜੇ ਸੁਲਝਿਆ ਪ੍ਰਧਾਨ ਹੋਊਗਾ, ਸੁਲਝਿਆ ਪ੍ਰਧਾਨ, ਤਾਂ ਇਹ ਨੌਬਤ ਨਹੀਂ ਆਉਣ ਦਊਗਾ। ਅਸੀਂ ਵੀ ਕੋਈ ਟੱਪਰੀ ਵਾਸ ਨਹੀਂ ਹੈਗੇ, ਲੋਕਾਂ ਦੇ ਚੁਣੇ ਨੁਮਾਇੰਦੇ ਆ। ਅੱਜ ਆਪਣੀ ਗੱਲ ਰੱਖ ਕੇ ਆਏ ਆ, ਜੇ ਸਾਡੀ ਗੱਲਾਂ ਸਾਡੇ ਕੰਮ ਹੋਣਗੇ। ਸਾਡੀ ਲੜਾਈ ਕਾਹਦੀ ਆ? ਕੋਈ ਨਿੱਜੀ ਲੜਾਈ ਤਾਂ ਹੈ ਨਹੀਂ, ਲੋਕਾਂ ਦੇ ਕੰਮਾਂ ਦੀ ਆ। ਜੇ ਸਤਿਕਾਰਯੋਗ ਪ੍ਰਧਾਨ ਜੀ ਕੰਮ ਕਰੂਗੇ, ਕੋਈ ਐਡਾ ਬੇਵਕੂਫ ਨਹੀਂ, ਪੜ੍ਹੇ ਲਿਖੇ ਕੌਂਸਲਰ ਆ, ਕੋਈ ਤੁਰੇ ਜਾਂਦੇ ਰਸਤੇ 'ਚੋਂ ਕੌਂਸਲਰ ਨਹੀਂ ਲੋਕਾਂ ਨੇ ਬਣਾਤੇ। ਲੋਕਾਂ ਦੇ ਨੁਮਾਇੰਦੇ ਆ, ਲੋਕਾਂ ਦੀ ਗੱਲ ਕਰਨਾ ਔਰ ਉਹਨਾਂ ਦੇ ਹੱਕਾਂ ਦੇ ਲੜਨਾ ਸਾਡਾ ਫਰਜ਼ ਆ। ਅਸੀਂ ਕੋਈ ਵਾਦ ਵਿਵਾਦ ਨਾ ਹੈ, ਨਾ ਗਾਂਹ ਬਣਾਉਣਾ ਚਾਹੁੰਦੇ ਆ। ਅਸੀਂ ਤਾਂ ਪ੍ਰਧਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਤੁਸੀਂ ਆਪਣੀ ਪਾਰਟੀ ਨੂੰ ਬੁਲੰਦੀਆਂ 'ਤੇ ਲਿਜਾਓ। ਪਾਰਟੀ ਨੇ ਤੁਹਾਨੂੰ ਪ੍ਰਧਾਨ ਬਣਾਇਆ,
ਤੁਹਾਨੂੰ ਵੈਲਕਮ ਕਰਦੇ ਆ, ਲੇਕਿਨ ਤੁਸੀਂ ਪਾਰਟੀ ਤੋਂ ਉੱਪਰ ਉੱਠ ਕੇ ਇੱਕ ਸ਼ਹਿਰ ਦੇ ਪ੍ਰਧਾਨ ਆ ਔਰ ਸਾਡੇ ਵਰਗੇ ਕੌਂਸਲਰ ਆ, ਔਰ ਸਾਡੇ ਪ੍ਰਧਾਨ ਆ। ਇਹ ਸਾਡੀ ਆਵਾਜ਼ ਨੂੰ ਦਬਾਉਂਗੇ ਤਾਂ ਇਹ ਗੱਲ ਅੱਗੇ ਜਾਊਗੀ। ਇਹ ਸਾਡੇ ਕਹੇ ਤੇ ਸਾਨੂੰ ਕਲਾਵੇ 'ਚ ਲੈ ਕੇ ਕੰਮ ਕਰੂੰਗੇ ਤੇ ਕੋਈ ਕੌਂਸਲਰ ਇਦਾਂ ਦਾ ਨਹੀਂ ਹੈਗਾ ਵੀ ਉਹ ਜਾ ਕੇ ਵਾਦ ਵਿਵਾਦ ਜਾਣ ਬੁੱਝ ਕੇ ਚੰਗੇ ਕੰਮ ਦੇ ਵਿੱਚ ਖੜਾ ਕਰੇ। ਚਲੋ ਖਾਲਸਾ ਜੀ ਬਹੁਤ ਸਮਾਂ ਦਿੱਤਾ। ਦੁੱਗਲ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਪੁਰੀ ਸਾਹਿਬ ਤੁਹਾਡਾ ਸ਼ੁਕਰੀਆ, ਔਰ ਉਮੀਦ ਕਰਦੇ ਹਾਂ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਤੁਹਾਡੇ ਪਿਤਾ ਜੀ ਦੀ ਸਿਹਤ ਜਿਹੜੀ ਉਹ ਸਥਿਰ ਹੋਵੇ। ਔਰ ਲਾਸਟ ਵਿੱਚ ਸਾਡੇ ਤਾਂ ਗੱਲ ਇੰਨੀ ਪੱਲੇ ਪਈ ਆ ਜੀ, ਜਿਵੇਂ ਖਾਲਸਾ ਜੀ ਨੇ ਕਿਹਾ, ਦੁੱਗਲ ਸਾਹਿਬ ਨੇ ਕਿਹਾ, ਪੁਰੀ ਸਾਹਿਬ ਨੇ ਕਿਹਾ ਕਿ ਜਦੋਂ ਕਾਉਂਸਲਰ ਹਾਊਸ ਵਿੱਚ ਬੈਠ ਜਾਂਦੇ ਆ ਫਿਰ ਕਿਸੇ ਪਾਰਟੀ ਦਾ ਟੈਗ ਨਹੀਂ ਹੋਣਾ ਚਾਹੀਦਾ, ਲੋਕਾਂ ਦੇ ਡਿਵੈਲਪਮੈਂਟ ਦੀ ਗੱਲ ਹੋਣੀ ਚਾਹੀਦੀ ਹੈ। ਖਾਲਸਾ ਜੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਨੇ ਤਾਂ ਸਮੁੱਚੇ ਨਵੇਂ ਸ਼ਹਿਰ ਦੇ ਪ੍ਰਧਾਨ ਨੇ, ਸਾਰੇ ਕਾਉਂਸਲਰਸ ਦੇ ਪ੍ਰਧਾਨ ਨੇ, ਸਾਰਿਆਂ ਨੂੰ ਕਲਾਵੇ 'ਚ ਲੈ ਕੇ ਨਾਲ ਚੱਲਣ, ਜਾਦੂ ਕੀ ਜੱਫੀ ਦੇ ਕੇ ਚੱਲਣ। ਔਰ ਲਾਸਟ 'ਚ ਅਸੀਂ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਅਗਰ ਇਹ ਜਿੱਤੇ ਹੋਏ ਨੁਮਾਇੰਦੇ ਨੇ, ਇਹਨਾਂ ਨਾਲ ਹੋਰ ਵੀ ਜਿਨ੍ਹਾਂ ਨੇ ਅੰਦਰ ਜਾ ਕੇ ਅਪੀਲ ਕੀਤੀ ਸੀ, ਸਾਰੇ ਦੀ ਗੱਲ ਸੁਣਨੀ ਚਾਹੀਦੀ ਹੈ, ਕਿਉਂਕਿ ਜਵਾਬ ਦੇ ਨੇ ਲੋਕਾਂ ਨੂੰ ਜਿਨ੍ਹਾਂ ਤੋਂ ਇਹਨਾਂ ਨੂੰ ਵੋਟਾਂ ਮਿਲੀਆਂ ਨੇ। ਪਰ ਨਵੇਂ ਸ਼ਹਿਰ ਦਾ ਭਾਈਚਾਰਾ ਬਿਲਕੁਲ ਖਰਾਬ ਨਹੀਂ ਹੋਣਾ ਚਾਹੀਦਾ, ਕਿਉਂਕਿ ਪਿਛਲੇ ਖਾਲਸਾ ਜੀ ਦਾ ਜਿਹੜਾ ਵਰਜਨ ਸੁਣ ਲਿਆ, ਉਸ ਤੋਂ ਬਾਅਦ ਪ੍ਰਧਾਨ ਜੀ ਦਾ ਵਰਜਨ ਲੈਣ ਆਇਆ, ਕਿਉਂਕਿ ਪ੍ਰਧਾਨ ਜੀ ਨੇ ਸਾਡੇ ਹੀ ਪਹਿਲੇ ਚੱਲੇ ਲਾਈਵ ਵਿੱਚ ਇਹਨਾਂ ਦੀ ਬਾਈਟ ਵਿੱਚ ਕਿਹਾ ਸੀ ਕਿ ਪ੍ਰੈਸ ਨੂੰ ਮੈਂ ਬੇਨਤੀ ਕਰਦਾ ਕਿ ਦੋਨਾਂ ਦਾ ਵਰਜਨ ਜ਼ਰੂਰ ਲੈ ਲਿਆ ਕਰੋ। ਪ੍ਰਧਾਨ ਭਾਈਚਾਰਕ ਸਾਂਝ ਜਿਹੜੀ ਟੁੱਟਦੀ ਜਾ ਰਹੀ ਹੈ, ਕਿਉਂਕਿ ਪ੍ਰਧਾਨ ਜੀ ਸਹੀ ਫੈਸਲੇ ਨਹੀਂ ਕਰ ਪਾ ਰਹੇ। ਦੇਖੋ, ਭਾਈਚਾਰਕ ਸਾਂਝ ਮੇਰੇ ਵੱਲੋਂ ਕਦੀ ਨਹੀਂ ਟੁੱਟੂਗੀ, ਨਾ ਅੱਗੇ ਕਦੀ ਟੁੱਟੀ ਆ, ਨਾ ਅੱਗੇ ਟੁੱਟੂਗੀ। ਲੇਕਿਨ ਅੱਜ ਜੋ ਇਹ ਜਿਸ ਤਰ੍ਹਾਂ ਦਾ ਬਿਹੇਵ ਸਾਡੇ ਕੁਝ ਜਿਹੜੇ ਆਪੋਜੀਸ਼ਨ ਦੇ ਕੌਂਸਲਰ ਸਾਹਿਬਾਨਾਂ ਨੇ ਕੀਤਾ ਆ, ਮੈਂ ਤਾਂ ਉਹਨਾਂ ਨੂੰ ਆਪੋਜੀਸ਼ਨ ਵੀ ਨਹੀਂ ਮੰਨਦਾ, ਮੇਰੇ ਸਾਥੀ ਕੌਂਸਲਰ ਸਾਹਿਬਾਨ ਆ, ਬਟ ਇਹ ਉਹਨਾਂ ਨੇ ਇਹਦੇ ਵਿੱਚ ਪਾਰਟੀਬਾਜ਼ੀ ਦਾ ਲੈ ਕੇ ਥੋੜਾ ਜਿਹਾ ਸਰ ਉਹਨਾਂ ਨੇ ਇਹ ਕਿਹਾ ਕਿ ਜਦੋਂ ਅਸੀਂ ਕਾਉਂਸਲਰ ਹਾਊਸ ਦੇ ਅੰਦਰ ਚਲੇ ਜਾਂਦੇ ਹਾਂ ਕਿ ਸਾਡੇ ਕਿਸੇ ਪਾਰਟੀ ਦਾ ਟੈਗ ਨਹੀਂ ਹੋਣਾ ਚਾਹੀਦਾ। ਬਿਲਕੁਲ ਨਹੀਂ ਹੋਣਾ ਚਾਹੀਦਾ। ਜਿਹੜਾ ਪ੍ਰਧਾਨ ਆ, ਸ਼ਹਿਰ ਦਾ ਪ੍ਰਧਾਨ ਆ, ਉਹ ਲਈ ਸਾਰੇ ਇੱਕ ਬਰਾਬਰ ਆ। ਉਹ ਕਹਿੰਦੇ ਮੰਨਦੇ ਨਹੀਂ ਤੁਸੀਂ। ਬਿਲਕੁਲ ਗਲਤ ਗੱਲ ਆ, ਕਿਸੇ ਦੇ ਕਹਿਣ ਦੇ ਨਾਲ ਕੁਝ ਨਹੀਂ ਹੋਣਾ। ਮੇਰਾ ਜਿਹੜਾ ਮੈਂ ਤੁਹਾਨੂੰ ਪਹਿਲੇ ਦਿਨ ਵੀ ਕਿਹਾ ਸੀ ਜਦੋਂ ਮੈਂ ਇਸ ਚੇਅਰ ਤੇ ਬੈਠਾ ਸੀ, ਮੇਰਾ ਜਿਹੜਾ ਮੇਨ ਫੋਕਸ ਪੂਰੇ ਸ਼ਹਿਰ ਦੀ ਡਿਵੈਲਪਮੈਂਟ ਆ। ਸਾਰਾ ਸ਼ਹਿਰ ਮੇਰਾ ਆਪਣਾ ਆ, ਮੈਂ ਇਸ ਸ਼ਹਿਰ ਦਾ ਰਹਿਣ ਵਾਲਾ ਆ, ਤੇ ਜਿਹੜੇ ਮੇਰੇ ਸਾਰੇ ਸਾਥੀ ਕੌਂਸਲਰ ਸਾਹਿਬਾਨ ਆ, ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਹੋਣ, ਮੇਰੇ ਲਈ ਸਾਰੇ ਇੱਕ ਬਰਾਬਰ ਆ। ਔਰ ਮੈਂ ਬਰਾਬਰ ਹੈ ਤਾਂ ਵਿਵਾਦ ਕਿਉਂ ਵੱਧ ਗਿਆ ਜੀ ਪ੍ਰਧਾਨ ਜੀ? ਅੱਜ ਕਿਉਂ ਸਾਰੇ ਇਕੱਠੇ ਹੋ ਕੇ ਤੁਹਾਡੇ ਲਈ ਇੰਨੇ ਪ੍ਰਸ਼ਨ ਲੈ ਕੇ ਆਏ? ਦੇਖੋ, ਤੁਸੀਂ ਵੀ ਮੇਰੇ ਖਿਆਲ ਉਹ ਲਾਈਵ ਵੀਡੀਓ ਸ਼ਾਇਦ ਦੇਖੀ ਹੋਵੇ, ਉਹਦੇ ਵਿੱਚ ਸਾਫ਼ ਕਲੀਅਰ ਕੱਟ ਦਿਖ ਰਿਹਾ ਸੀਗਾ ਕਿ ਕੋਈ ਇੱਕ ਦੋ ਜਣੇ ਉਹਨਾਂ ਨੂੰ ਆਪਣੇ ਬੜੇ ਸ਼ਰੀਫ ਮੇਰੇ ਸਾਥੀ ਕੌਂਸਲਰ ਸਾਹਿਬਾਨ ਬੜੇ ਚੰਗੇ ਵੀ ਹੈਗੇ ਆ, ਉਹਦੇ ਵਿੱਚ ਉਹਨਾਂ 'ਚੋਂ ਇੱਕ ਦੋ ਜਣਿਆਂ ਨੇ ਕਿਸੇ ਨੇ ਉਹਨਾਂ ਨੂੰ ਮਿਸਗਾਈਡ ਕਰ ਦਿੱਤਾ ਹੋਇਆ ਸੀ। ਮੈਂ ਨਹੀਂ ਮੰਨਦਾ, ਇੱਕ ਸਿਰਫ ਰਾਜਨੀਤੀ ਕਰਨ ਦਾ ਇਹ ਜਿਹੜਾ ਉਹਨਾਂ ਦਾ ਸਟਾਈਲ ਸੀ, ਇਹ ਮੈਨੂੰ ਪਸੰਦ ਨਹੀਂ ਆਇਆ। ਕਿਉਂਕਿ ਇੱਕ ਹਾਊਸ ਦੀ ਮਰਿਆਦਾ ਹੁੰਦੀ, ਜਦੋਂ ਅਸੀਂ ਕਮੇਟੀ ਘਰ ਬੈਠੇ ਹਾਂ, ਆਪਣੀ ਸੀਟ ਤੇ ਬੈਠੇ ਹਾਂ, ਇੱਕ ਮਰਿਆਦਾ ਹੋਣੀ ਚਾਹੀਦੀ। ਸਾਨੂੰ ਪਬਲਿਕ ਨੇ ਚੁਣਿਆ, ਅਸੀਂ ਪਬਲਿਕ ਦੇ ਵਿੱਚ ਆਪਣੀ ਇਹ ਇਮੇਜ ਦਿਖਾਵਾਂਗੇ ਕਿ ਸਾਡੇ ਬੋਲਣ ਦਾ ਢੰਗ ਇਹ ਆ। ਜੇ ਇੱਕ MC ਇਸ ਗਲਤ ਢੰਗ ਨਾਲ ਬੋਲੂਗਾ ਤਾਂ ਅਸੀਂ ਪਬਲਿਕ ਨੂੰ ਕੀ ਸਮਝਾਵਾਂਗੇ? ਮੈਂ ਦੱਸਦਾ, ਅਸੀਂ ਥਾਣਿਆਂ 'ਚ ਜਾਂਦੇ ਹਾਂ, ਕਈ ਵਾਰ ਫੈਸਲੇ ਕਰਾਉਣ ਜਾਂਦੇ, ਸਾਰੇ ਅਸੀਂ ਜਾਂਦੇ ਹਾਂ। ਅਸੀਂ MC ਨੂੰ ਕਿਉਂ ਸੱਦਿਆ ਜਾਂਦਾ ਕਿ ਇੱਕ ਮੋਹਤਬਾਰ ਬੰਦਾ ਆ, ਉਹ ਤਾਂ ਅਸੀਂ ਤਾਂ ਉਹਨਾਂ ਨੂੰ ਸਮਝਾਈਦਾ ਕਿ ਜੇ ਕੋਈ ਗੱਲ ਗਲਤ ਵੀ ਹੋ ਰਹੀ ਹੈ, ਥੋੜ੍ਹਾ ਠੰਡੇ ਢੰਗ ਨਾਲ, ਸਹੀ ਢੰਗ ਨਾਲ ਉਹਨੂੰ ਪਿਆਰ ਨਾਲ ਵੀ ਸੁਲਝਾਇਆ ਜਾ ਸਕਦਾ। ਸੋ ਇੱਕ MC ਦਾ ਜਿਹੜਾ ਇਹ ਬਿਹੇਵੀਅਰ ਆ, ਜਿਹੜਾ ਕੋਈ ਇੱਕ ਦੋ ਜਣਿਆਂ ਨੇ ਸ਼ੋਅ ਕੀਤਾ, ਮੈਨੂੰ ਲੱਗਦਾ ਕਿ ਇਹ ਗਲਤ ਆ। ਮੈਨੂੰ ਇਹਦਾ ਬਹੁਤ ਜ਼ਿਆਦਾ ਦੁੱਖ ਲੱਗਾ ਤੇ ਇਸ ਚੀਜ਼ ਦੀ ਮੈਂ ਕੜੀ ਨਿੰਦਾ ਕਰਦਾ। ਔਰ ਮੈਂ ਤੁਹਾਡੇ ਜ਼ਰੀਏ ਇਹ ਮੈਸੇਜ ਦੇਣਾ ਚਾਹੁੰਦਾ ਕਿ ਠੀਕ ਆ, ਜੇ ਤੁਹਾਡੇ ਅੰਦਰ ਗੁੱਸਾ ਹੈ, ਤੁਸੀਂ ਬੈਠ ਕੇ ਮੇਰੇ ਨਾਲ ਗੱਲ ਕਰੋ। ਜੇ ਕੋਈ ਗਲਤਫਹਿਮੀ, ਆਪਾਂ ਉਸ ਗਲਤਫਹਿਮੀ ਨੂੰ ਦੂਰ ਕਰੀਏ। ਅਸੀਂ ਸਾਰੇ ਇਹ ਭਾਈਚਾਰਕ ਸਾਂਝ ਬੈਠ ਕੇ ਹੱਲ। ਸਚਿਨ ਜੀ, ਫਿਰ ਅੱਜ ਗਲਤਫਹਿਮੀ ਦੂਰ ਕਿਉਂ ਨਹੀਂ ਕੀਤੀ ਤੁਸੀਂ? ਕਿਉਂਕਿ ਮੈਨੂੰ ਉਹਨਾਂ ਨੇ ਮੇਰੇ ਜਵਾਬ ਸੁਣੇ ਨਹੀਂ, ਬਿਨਾਂ ਮੇਰੇ ਜਵਾਬ ਸੁਣੇ ਉਹ ਬਾਹਰ ਨਿਕਲ ਗਏ ਰੂਮ 'ਚੋਂ। ਸੋ ਇਹ ਗਲਤ ਆ। ਜੇ ਤੁਸੀਂ ਮੇਰੇ ਤੇ ਇਲਜ਼ਾਮ ਲਾ ਰਹੇ, ਤੁਸੀਂ ਬੈਠ ਕੇ ਮੇਰੇ ਆਨਸਰ ਵੀ ਸੁਣੋ। ਉਹ ਕਹਿੰਦੇ ਸਾਨੂੰ ਕਲਾਵੇ 'ਚ ਲੈ ਲੈਣ, ਤੇ ਤੁਸੀਂ ਕਲਾਵੇ 'ਚ ਕਿਉਂ ਨਹੀਂ ਲਿਆ? ਕਲਾਵੇ 'ਚ ਲੈਣ ਦੀ ਮੈਂ ਬਹੁਤ ਕੋਸ਼ਿਸ਼ ਕੀਤੀ, ਲੇਕਿਨ ਤੁਸੀਂ ਵੀਡੀਓ 'ਚ ਦੇਖਿਓ, ਤੁਹਾਨੂੰ ਸਾਫ਼ ਦਿਖੂਗਾ ਕਿ ਉਹਨਾਂ ਨੇ ਕੁਝ ਬਹੁਤ ਜ਼ਿਆਦਾ ਐਗਰੈਸ਼ਨ ਦਿਖਾਇਆ ਇੱਕ ਦੋ ਜਣਿਆਂ ਨੇ। ਔਰ ਉਹ ਐਗਰੈਸ਼ਨ ਜਿਹੜਾ ਸੀ, ਉਹ ਜੇ ਉਸ ਐਗਰੈਸ਼ਨ ਦੇ ਹੁੰਦੇ, ਮੇਰੇ ਹਿਸਾਬ ਨਾਲ ਬੈਠ ਕੇ ਗੱਲ ਕਰਨ ਵਾਲਾ ਕੋਈ ਮੁੱਦਾ ਨਹੀਂ ਸੀ ਬਣਦਾ। ਔਰ ਮੈਂ ਤਾਂ ਉਹਨਾਂ ਨੂੰ ਫੇਰ ਵੀ ਕਹਿ ਰਿਹਾ ਸੀ ਕਿ ਬੈਠੋ, ਆਪਾਂ ਗੱਲ ਕਰੀਏ, ਲੇਕਿਨ ਉਹ ਫਿਰ ਬਿਨਾਂ ਗੱਲ ਸੁਣੇ ਹੀ ਬਾਹਰ ਨਿਕਲ ਕੇ ਉਹ ਕਹਿੰਦੇ ਤੁਹਾਡੇ ਨਾਲ ਗੱਲ ਕਿਵੇਂ ਕਰੀਏ, ਤੁਹਾਡੀ ਘੰਟੀ ਕਿਤੇ ਹੋਰ ਵੱਜਦੀ ਹੈ ਜੀ। ਦੇਖੋ, ਬਿਲਕੁਲ ਗਲਤ ਗੱਲ ਆ। ਦੇਖੋ, ਮੈਂ ਦੇਖ ਰਿਹਾ ਸੀ ਵੀਡੀਓ ਉਹਨਾਂ ਦੀ, ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਏ ਆ ਕਿ ਮੇਰੀ ਮਰਜ਼ੀ ਤੋਂ ਬਿਨਾਂ ਕਮੇਟੀ ਦਾ ਇੱਕ ਕੰਮ ਨਹੀਂ ਹੁੰਦਾ। ਹਾਂ, ਉਹ ਕਹਿੰਦੇ ਕਿ ਲਾਈਟ ਜਗਾਣੀ ਹੈ,
ਅਗਰ ਬਲਬ ਖਰਾਬ ਹੋ ਗਿਆ ਤਾਂ ਵੀ ਪ੍ਰਧਾਨ ਜੀ ਦੱਸਣਗੇ, ਅਗਰ ਕਿਤੇ ਸੀਵਰੇਜ ਪਾਈਪਲਾਈਨ ਪਾਣੀ ਉਹ ਵੀ ਪ੍ਰਧਾਨ ਜੀ ਦੱਸਣਗੇ। ਉਹ ਵੈਸੇ ਤਾਂ ਕਿਹਾ ਜਾਂਦਾ ਕਿ ਕਰਿੰਦੇ ਘੱਟ ਹੈ, ਪਰ ਤੁਸੀਂ ਸਾਰਾ ਇਹਨਾਂ ਮੈਨੇਜ ਕਿਵੇਂ ਕਰਦੇ ਹੋ? ਇਹੀ ਮੈਂ ਤੁਹਾਨੂੰ ਦੇਖੋ ਤੁਹਾਡੇ ਸਵਾਲ 'ਚ ਹੀ ਜਵਾਬ ਆ। ਇੱਕ ਪਾਸੇ ਤਾਂ ਮੈਨੂੰ ਕਹਿ ਰਹੇ ਕਿ ਮੇਰੇ ਅੰਦਰ ਇੰਨੀ ਪਾਵਰ ਆ ਕਿ ਇੱਕ ਪੱਤਾ ਵੀ ਕਮੇਟੀ ਦਾ ਮੇਰੇ ਤੋਂ ਬਿਨਾਂ ਨਹੀਂ ਹਿਲਦਾ। ਇਹੀ ਉਹ ਮੇਰੇ ਤੇ ਇਲਜ਼ਾਮ ਲਾ ਰਹੇ ਕਿ ਮੇਰੇ ਤੋਂ ਬਿਨਾਂ ਲਾਈਟ ਨਹੀਂ ਠੀਕ ਹੁੰਦੀ, ਮੇਰੇ ਆਰਡਰਾਂ ਤੋਂ ਬਿਨਾਂ ਸੀਵਰੇਜ ਨਹੀਂ ਠੀਕ ਹੁੰਦਾ, ਮੇਰੇ ਆਰਡਰਾਂ ਤੋਂ ਬਿਨਾਂ ਕੋਈ ਉਦਘਾਟਨ ਨਹੀਂ ਹੁੰਦਾ। ਜੇ ਉਹ ਮੈਨੂੰ ਇੰਨਾ ਪਾਵਰਫੁਲ ਇੱਕ ਪਾਸੇ ਕਹਿ ਰਹੇ, ਦੂਜੇ ਪਾਸੇ ਆ ਘੰਟੀ ਵਾਲੀ ਗੱਲ ਤਾਂ ਮੈਨੂੰ ਕੋਈ ਜ਼ਿਆਦਾ ਸਮਝਦਾਰੀ ਵਾਲੀ ਗੱਲ ਨਹੀਂ ਲੱਗੀ। ਮਤਲਬ ਬਟ ਇਹ ਇਲਜ਼ਾਮ ਫੇਰ ਵੀ ਗਲਤ ਆ। ਪਰ ਸਰ ਉਹਨਾਂ ਦਾ ਇੱਕ ਇਹ ਵੀ ਮੰਨਣਾ, ਜਿਵੇਂ ਸੀਸ ਕੌਰ ਵੀ ਕਹਿ ਰਹੇ ਸੀਗੇ ਕਿ ਸਾਡੀ ਕੋਈ ਗੱਲ ਨਹੀਂ ਸੁਣਦਾ। ਹਾਰੇ ਹੋਏ ਨੁਮਾਇੰਦਿਆਂ ਨੂੰ ਤੁਸੀਂ ਅੱਗੇ ਲੈ ਕੇ ਆਉਂਦੇ ਹੋਏ, ਜਿੱਤੇ ਹੋਏ ਪਾਰਸ਼ਦ ਨੂੰ ਇਹ ਵੀ ਨਹੀਂ ਪਤਾ ਕਿ ਉਹਦੇ ਘਰ ਦੇ ਸਾਹਮਣੇ ਗਲੀ ਪੱਟੀ ਜਾ ਰਹੀ ਹੈ। ਦੇਖੋ ਜਦ ਦੀ ਮੈਂ ਚੇਅਰ ਤੇ ਬੈਠਾ ਹਲੇ ਤੱਕ ਮੈਂ ਕੋਈ ਨਵਾਂ ਉਦਘਾਟਨ ਨਹੀਂ ਕੀਤਾ। ਜੇ ਕੋਈ ਇਹ ਇਲਜ਼ਾਮ ਲਾਇਆ ਜਾਵੇ ਕਿ ਕੋਈ ਨਵਾਂ ਉਦਘਾਟਨ ਹੋਵੇ, ਇਹ ਕੰਮਾਂ ਦੇ ਉਦਘਾਟਨ ਇਲੈਕਸ਼ਨਾਂ ਤੋਂ ਪਹਿਲਾਂ ਹੀ ਹੋ ਚੁੱਕੇ ਹੋਏ ਆ। ਇਹਨਾਂ ਵਿੱਚੋਂ ਕੁਝ ਕੰਮ ਚੱਲ ਰਹੇ ਸੀ, ਪੈਂਡਿੰਗ ਸੀ, ਜਿਹੜੇ ਕੰਮਾਂ ਦੀ ਉਹ ਜ਼ਿਕਰ ਕਰ ਰਹੇ ਆ। ਮੈਡਮ ਬਖਸ਼ੀ ਦੇ ਘਰ ਦੇ ਬਾਹਰ ਪੱਟਿਆ ਜਾ ਰਿਹਾ ਜੀ। ਉਸ ਗਲੀ ਦਾ ਉਦਘਾਟਨ ਵੀ ਐਮਐਲਏ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਕਰ ਚੁੱਕੇ ਆ, ਲੇਕਿਨ ਠੇਕੇਦਾਰ ਦੀ ਵਿਅਸਤਤਾ ਕਾਰਨ, ਕਿਉਂਕਿ ਠੇਕੇਦਾਰ ਕਈ ਜਗ੍ਹਾ ਕੰਮ ਕਰ ਰਹੇ ਸੀ, ਵਿਅਸਤਤਾ ਕਾਰਨ ਉਹ ਉਸ ਸਾਈਟ ਦੇ ਉੱਤੇ ਨਹੀਂ ਜਾ ਪਾਏ। ਫਾਰਮ ਤਾਂ ਕੀਤਾ ਜਾ ਸਕਦਾ ਨਾ ਐਮਸੀ ਨੂੰ ਕਿ ਤੁਹਾਡੇ ਘਰ ਦੇ ਬਾਹਰ ਪੱਟਿਆ ਸ਼ੁਰੂ ਹੋਣਾ। ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ। ਦੇਖੋ ਮੈਂ ਇਹਦੇ ਬਾਰੇ ਤੁਹਾਨੂੰ ਕੀ ਜਵਾਬ ਦਵਾਂ। ਇੱਦਾਂ ਦੀ ਕੋਈ ਮਨਸ਼ਾ ਨਹੀਂ ਆ। ਜੇ ਉੱਥੇ ਠੇਕੇਦਾਰ ਕੰਮ ਕਰ ਰਹੇ, ਜੇ ਤੁਹਾਡੇ ਘਰ ਦੇ ਬਾਹਰ ਕੋਈ ਕੰਮ ਕਰ ਰਿਹਾ, ਤੁਹਾਨੂੰ ਆਟੋਮੈਟਿਕਲੀ ਪਤਾ ਹੀ ਹੁੰਦਾ। ਇਹ ਕੰਮ ਕੋਈ ਆਪਾਂ ਇੱਦਾਂ ਨਹੀਂ ਕੀਤਾ ਕਿ ਇਹਦਾ ਕੋਈ ਉਦਘਾਟਨ। ਇਹਨਾਂ ਦੇ ਕੰਮਾਂ ਦੇ ਉਦਘਾਟਨ ਐਮਐਲਏ ਸਾਹਿਬ ਪਹਿਲਾਂ ਕਰ ਚੁੱਕੇ ਆ। ਇਹਨਾਂ ਦਾ ਇਹ ਕੰਮ ਸਿਰਫ ਠੇਕੇਦਾਰ ਦੀ ਬਣਦੀ ਆ ਕਿ ਉਹ ਕਿਹਦੇ ਨਾਲ ਉਹਨੇ ਗੱਲ ਕਰਨੀ, ਕਿਹਨਾਂ ਨਹੀਂ ਕਰਨੀ। ਮੈਂ ਕਿਸੇ ਠੇਕੇਦਾਰ ਨੂੰ ਕੰਟਰੋਲ ਨਹੀਂ ਕਰਦਾ। ਮੈਂ ਕਦੀ ਕਿਸੇ ਆਪਣੇ ਮੁਲਾਜ਼ਮ ਨੂੰ ਨਹੀਂ ਇੱਦਾਂ ਕੰਟਰੋਲ ਕੀਤਾ ਕਿ ਇਹ ਕਾਂਗਰਸੀ ਆ ਤਾਂ ਇਹਨਾਂ ਦੇ ਕੰਮ ਹੋਣੇ, ਇਹ ਅਕਾਲੀ ਦਲ ਵਾਲੇ ਆ ਤਾਂ ਇਹਨਾਂ ਦੇ ਨਹੀਂ ਹੋਣੇ। ਮੇਰੇ ਕਿਸੇ ਵੀ ਮੁਲਾਜ਼ਮ ਨੂੰ ਤੁਸੀਂ ਇੰਟਰਵਿਊ ਕਰਕੇ ਪੁੱਛ ਸਕਦੇ ਕਿ ਅੱਜ ਤੱਕ ਜੇ ਮੈਂ ਕਦੀ ਵੀ ਕਿਸੇ ਨੂੰ ਰੋਕਿਆ ਹੋਵੇ, ਮੈਂ ਹਮੇਸ਼ਾ ਇਹੀ ਕਿਹਾ ਕਿ ਜੋ ਆਪਣੇ ਸਾਡੇ ਸਾਥੀ ਕੌਂਸਲਰ ਸਾਹਿਬਾਨ ਕੰਮ ਲੈ ਕੇ ਆਉਂਦੇ ਆ, ਉਹਨੂੰ ਜਿਸ ਢੰਗ ਨਾਲ ਸਾਨੂੰ ਸੀਕੁਐਂਸ ਹੁੰਦਾ, ਜਿੱਦਾਂ ਆਪਾਂ ਇੱਕ ਰਜਿਸਟਰ ਲਾਇਆ ਹੋਇਆ ਬਾਹਰ, ਜੇ ਕੋਈ ਵੀ ਲਾਈਟ ਦੀ ਕੰਪਲੇਂਟ ਆਉਂਦੀ ਆ, ਉਹਨੂੰ ਟਰਾਂਸਪੇਰੈਂਸੀ ਰੱਖਣ ਵਾਸਤੇ ਆਪਾਂ ਇੱਕ ਰਜਿਸਟਰ ਮੇਨਟੇਨ ਕਰਦੇ ਆ। ਪਾਰਸ਼ਦਾਂ ਨੂੰ ਵੀ ਕਹਿਤਾ ਕਿ ਜਾਓ ਰਜਿਸਟਰ ਤੇ ਲਿਖ ਕੇ ਆਓ। ਮੈਂ ਨਹੀਂ ਕਿਹਾ ਕਿਸੇ ਨੂੰ ਵੀ, ਇਹ ਵੀ ਕਿਹਾ ਧਰਨਾ ਲਾ ਲਓ। ਮੈਂ ਕਿਸੇ ਨੂੰ ਵੀ ਨਹੀਂ ਕਿਹਾ ਕਿ ਰਜਿਸਟਰ ਤੇ ਲਿਖ ਕੇ ਆਓ। ਮੈਂ ਕਿਸੇ ਨੂੰ ਨਹੀਂ ਕਿਹਾ ਕਿ ਧਰਨਾ ਲਾ ਲਓ। ਮੈਂ ਸਿੰਪਲੀ ਇਹ ਗੱਲ ਕਹੀ, ਉਹ ਕਹਿ ਰਹੇ ਸੀ ਅਸੀਂ ਧਰਨਾ ਲਾਉਣ ਲੱਗੇ ਹਾਂ, ਬੈਠ ਕੇ ਬਾਹਰ ਅਸੀਂ ਧਰਨਾ ਲਾਵਾਂਗੇ। ਮੈਂ ਸਿਰਫ ਇਹ ਕਿਹਾ ਕਿ ਦੇਖੋ ਸਾਰੇ ਜਿਹਨੇ ਜੋ ਵੀ ਕਰਨਾ ਹੁੰਦਾ ਉਹ ਕਿ ਹਰ ਕਿਸੇ ਦਾ ਹੱਕ ਆ, ਮੈਂ ਕਿਸੇ ਨੂੰ ਰੋਕ ਨਹੀਂ ਸਕਦਾ, ਪਰ ਆਪਾਂ ਜੇ ਬੈਠ ਕੇ ਗੱਲ ਕਰ ਲਈਏ ਤਾਂ ਜ਼ਿਆਦਾ ਵਧੀਆ ਹੋਊਗਾ। ਲੇਕਿਨ ਉਹ ਬੈਠ ਕੇ ਗੱਲ ਕਰਨ ਦੇ ਮੂਡ 'ਚ ਹੀ ਨਹੀਂ ਸੀ। ਮੈਨੂੰ ਇੱਦਾਂ ਲੱਗਦਾ ਕਿ ਇਟ ਵਾਜ਼ ਅ ਪ੍ਰੀ ਪਲੈਨਿੰਗ। ਉਹ ਪਲੈਨਿੰਗ ਦੇ ਨਾਲ ਆਏ ਸੀ ਕਿ ਅਸੀਂ ਬਸ ਹੋ ਹੱਲਾ ਕਰੀਏ, ਹੁੜਦੰਗਬਾਜ਼ੀ ਕਰੀਏ। ਸਾਰੇ ਨਹੀਂ, ਸਿਰਫ ਇੱਕ ਦੋ ਜਣੇ, ਬਾਕੀਆਂ ਨੂੰ ਮਿਸਗਾਈਡ ਕੀਤਾ ਗਿਆ। ਇੱਕ ਦੋ ਜਣਿਆਂ ਨੇ ਆਪਣੀ ਜਿਹੜੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਪਰਸਨਲ ਪ੍ਰੋਬਲਮ ਤਾਂ ਰਹਿੰਦੀ ਹੀ ਆ, ਸ਼ਾਇਦ ਉਸ ਪਰਸਨਲ ਪ੍ਰੋਬਲਮ ਕਰਕੇ ਮਿਸਗਾਈਡ ਕਰਕੇ ਉਹਨਾਂ ਨੂੰ ਸਹੀ ਢੰਗ ਨਾਲ ਨਹੀਂ ਲੈ ਕੇ ਆਏ। ਅਤੇ ਉਹ ਵੀ ਮੈਂ ਉਹਨਾਂ ਦੇ ਅੱਗੇ ਵੀ ਬੇਨਤੀ ਕਰਦਾ ਕਿ ਆਪਾਂ ਮਿਸਗਾਈਡ ਨਾ ਹੋਈਏ। ਮੈਨੂੰ ਸਾਰੇ ਤਾਂ ਯਾਰ ਫੋਨ ਕਰਕੇ, ਮੈਨੂੰ ਚਾਹੇ ਓਪੋਜੀਸ਼ਨ ਆ ਚਾਹੇ ਕੋਈ ਆ, ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਹੋਵੇ, ਮੈਨੂੰ ਫੋਨ ਕਰਕੇ ਮੇਰੀ ਸਾਰਿਆਂ ਨਾਲ ਵਧੀਆ ਗੱਲਬਾਤ ਆ। ਸਾਰੇ ਮੈਨੂੰ ਜਿਹੜਾ ਕੋਈ ਕੰਮ ਕਹਿੰਦਾ ਮੈਂ ਕੰਮ ਕਰਾਉਂਦਾ। ਜਿੰਨੇ ਬੈਠੇ ਸੀ, ਜਿਨ੍ਹਾਂ ਨੇ ਤੁਹਾਡੇ ਤੇ ਪ੍ਰਸ਼ਨ ਜਿਹੜੇ ਉਠਾਏ ਨੇ ਤੁਹਾਡੇ ਸਾਹਮਣੇ, ਬਿਲਕੁਲ ਸਾਰਿਆਂ ਨਾਲ ਤੁਹਾਡੀ ਫੋਨ ਤੇ ਗੱਲਬਾਤ ਹੁੰਦੀ ਹੈ? ਬਿਲਕੁਲ ਹੁੰਦੀ ਹੈ ਜੀ। ਤੁਸੀਂ ਮੈਂ ਤਾਂ ਚਲੋ ਮੇਰੇ ਫੋਨ 'ਚ ਤਾਂ ਕੋਈ ਰਿਕਾਰਡਿੰਗ ਵੀ ਨਹੀਂ ਹੈਗੀ, ਸ਼ਾਇਦ ਉਹਨਾਂ ਦੇ ਫੋਨਾਂ 'ਚ ਕਿਸੇ ਨਾ ਕਿਸੇ ਦੇ ਤਾਂ ਹੋਊਗੀ। ਬਾਅਦ ਵਿੱਚ ਹੋਈ ਉਸ ਘਟਨਾ ਤੋਂ ਬਾਅਦ ਹੋਈ? ਇਸ ਘਟਨਾ ਤੋਂ ਬਾਅਦ ਹਲੇ ਨਹੀਂ ਗੱਲ ਹੋਈ, ਲੇਕਿਨ ਮੇਰੀ ਆਲਮੋਸਟ ਸਾਰਿਆਂ ਨਾਲ ਹੀ ਗੱਲ ਹੁੰਦੀ। ਸਾਰੇ ਮੈਨੂੰ ਮਿਲਦੇ ਵੀ ਆ ਅਤੇ ਅਸੀਂ ਬਹੁਤ ਪਿਆਰ ਨਾਲ ਕੰਮ ਕਰਦੇ ਹਾਂ। ਅਤੇ ਅੱਜ ਤੱਕ ਕਦੀ ਵੀ ਸਾਡੇ ਇਹਦੇ ਵਿੱਚ ਇੱਦਾਂ ਦੀ ਗੱਲ ਹੋਈ ਨਹੀਂ ਸੀ ਜੋ ਅੱਜ ਹੋਇਆ। ਇਹ ਇੱਕ ਮਤਲਬ ਰਾਜਨੀਤਿਕ ਰੂਪ ਦੇ ਦਿੱਤਾ, ਗਲਤ ਗੱਲ ਹੈ। ਚਲੋ ਇੱਕ ਲਾਸਟ ਸਵਾਲ ਮੈਂ ਖਾਲਸਾ ਜੀ ਨੂੰ ਪੁੱਛਿਆ ਕਿ ਵਿਵਾਦ ਘਟੇਗਾ ਕਿ ਵਧੇਗਾ। ਉਹ ਕਹਿੰਦੇ ਵੀ ਅਗਰ ਸਾਡੀ ਗੱਲ ਸੁਣੀ ਜਾਏਗੀ, ਅਗਰ ਪ੍ਰਧਾਨ ਜੀ ਸਾਰਿਆਂ ਨੂੰ ਇਕੁਅਲ ਰਿਸਪੌਂਸ ਦੇਣਗੇ, ਇਕੁਅਲ ਡਿਵੈਲਪਮੈਂਟ ਦੀ ਗੱਲ ਕਰਨਗੇ, ਤਾਂ ਵਿਵਾਦ ਜਿਹੜਾ ਉਹ ਕਦੇ ਨਹੀਂ ਉਠਾਇਆ ਜਾਏਗਾ, ਵਿਵਾਦ ਹੋਏਗਾ ਹੀ ਨਹੀਂ। ਸ਼ਾਇਦ ਡਿਵੈਲਪਮੈਂਟ ਦੀ ਰਾਹ 'ਤੇ ਜਾਣਾ ਚਾਹੀਦਾ। ਅਗਰ ਪ੍ਰਧਾਨ ਜੀ ਸਿਰਫ ਕਾਂਗਰਸੀ ਵਾਰਡਾਂ ਨੂੰ ਜਾਂ ਜਿੱਥੇ ਕਾਂਗਰਸੀ ਨੁਮਾਇੰਦੇ ਨੇ ਉੱਧਰ ਡਿਵੈਲਪਮੈਂਟ ਦੀ ਸੋਚਣਗੇ, ਫਿਰ ਵਿਵਾਦ ਵਧੇਗਾ। ਦੇਖੋ ਖਾਲਸਾ ਜੀ ਨੇ ਬਿਲਕੁਲ ਸਹੀ ਗੱਲ ਕਹੀ ਆ, ਪਰ ਮੈਂ ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਕਿਹਾ, ਮੇਰੇ ਲਈ ਸਾਰੇ ਇੱਕ ਬਰਾਬਰ ਆ। ਮੈਨੂੰ ਜਿਹੜਾ ਵੀ ਮੇਰੇ ਕੋਲ ਆਊਗਾ ਕੰਮ ਨੂੰ ਲੈ ਕੇ, ਮੈਂ ਉਹਦਾ ਨਾਲ ਜੋ ਵੀ ਮੇਰੇ 'ਚ ਕੈਪੇਬਿਲਿਟੀ ਹੋਊਗੀ, ਜੋ ਵੀ ਅਸੀਂ ਕਰ ਸਕਦੇ ਹੋਵਾਂਗੇ ਉਹ ਜ਼ਰੂਰ ਕਰਾਂਗੇ। ਮੇਰੇ ਵੱਲੋਂ ਕਦੀ ਕੋਈ ਵਿਤਕਰਾ ਨਹੀਂ ਹੋਊਗਾ। ਚਲੋ ਬਹੁਤ ਸ਼ੁਕਰੀਆ।
ਔਰ ਉਮੀਦ ਕਰਦੇ ਹਾਂ ਸਾਰੀ ਗੱਲਬਾਤ ਤੁਹਾਡੇ ਤੱਕ ਪਹੁੰਚ ਚੁੱਕੀ ਹੋਏਗੀ, ਸਾਰਿਆਂ ਦੇ ਮਨ ਦੇ ਇਰਾਦੇ ਤੁਹਾਡੇ ਤੱਕ ਪਹੁੰਚ ਚੁੱਕੇ ਹੋਏ ਨੇ। ਪਰ ਅਸੀਂ ਜਿਵੇਂ ਖਾਲਸਾ ਜੀ ਦੇ ਨਾਲ ਤੁਹਾਨੂੰ ਕਿਹਾ ਸੀ ਕਿ ਅਸੀਂ ਚਾਹੁੰਦੇ ਕਿ ਸ਼ਹਿਰ ਦਾ ਭਾਈਚਾਰਾ ਬਣਿਆ ਰਹੇ। ਔਰ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗੇ ਕਿ ਸਵਾਲ ਅਗਰ 1 ਬਾਏ 1 ਲਈਏ ਤਾਂ ਹੀ ਆਨਸਰ ਮਿਲਣਗੇ। ਔਰ ਦੂਜੇ ਪਾਸੇ ਸੱਜਣ ਜੀ ਨੂੰ ਵੀ ਇਹ ਬੇਨਤੀ ਹੈ ਕਿ ਜਿਹੜੇ ਜਿੱਤੇ ਹੋਏ ਨੁਮਾਇੰਦੇ ਨੇ ਐਟਲੀਸਟ ਉਹਨਾਂ ਨੂੰ ਪਤਾ ਤਾਂ ਹੋਵੇ ਕਿ ਉਹਨਾਂ ਦੇ ਘਰ ਦੇ ਸਾਹਮਣੇ ਕੀ ਹੋ ਰਿਹਾ। ਤੁਸੀਂ ਬਣੇ ਰਹਿਣਾ ਵੀਪਤੀ ਨਵਾਂ ਸ਼ਹਿਰ ਦੇ ਨਾਲ। ਆਪਣੇ ਛੋਟੇ ਵੀਰ ਦਨੀਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਨੂੰ ਇਜਾਜ਼ਤ ਦਿਓ। ਬਹੁਤ ਬਹੁਤ ਸ਼ੁਕਰੀਆ।